ਸਟਾਰਟ। ਜਦੋਂ ਦਾ ਕਿਸਾਨ ਸੰਘਰਸ਼ ਮੋਰਚਾ ਪੰਜਾਬ ਵਿੱਚੋਂ ਸ਼ੁਰੂ ਹੋ ਕੇ ਦਿੱਲੀ ਵੱਲ ਨੂੰ ਚੱਲ ਪਿਆ ਹੈ ਡੰਡੀ, ਇਸ ਵੇਲੇ 3.5 ਮਹੀਨੇ ਦਾ ਸਮਾਂ ਤੈਅ ਕਰ ਚੁੱਕਾ ਹੈ ਡੰਡੀ, ਜਦੋਂ ਪੰਜਾਬ ਵਾਸੀਆਂ ਨੇ ਸਭ ਤੋਂ ਪਹਿਲਾਂ ਦਿੱਲੀ ਵੱਲ ਨੂੰ ਕਿਸਾਨ ਸੰਘਰਸ਼ ਮੋਰਚੇ ਦੇ ਰੂਪ ਵਿੱਚ ਚਾਲੇ ਪਾਏ ਤਾਂ ਉਸ ਵੇਲੇ ਸ਼ੰਭੂ ਤੋਂ ਜਦੋਂ ਹਰਿਆਣਾ ਵਿੱਚ ਦਾਖਲ ਹੋਏ ਤਾਂ ਹਰਿਆਣਾ ਦੇ ਕਿਸਾਨਾਂ ਤੇ ਹੋਰ ਲੋਕਾਂ ਨੇ ਇਸ ਕਿਸਾਨ ਮੋਰਚੇ ਦਾ ਜਿੱਥੇ ਸਵਾਗਤ ਕੀਤਾ, ਉੱਥੇ ਉਹਨਾਂ ਨੇ ਅੱਗੇ ਹੋ ਕੇ ਦਿੱਲੀ ਦਾ ਰਸਤਾ ਫਤਿਹ ਹੁਕਮ ਅਨੁਸਾਰ ਪੁਲਿਸ ਵੱਲੋਂ ਅਨੇਕਾਂ ਤਰ੍ਹਾਂ ਦੇ ਹੱਥ ਕੰਡੇ ਇਸ ਕਿਸਾਨੀ ਅੰਦੋਲਨ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਅਪਣਾਏ, ਪਰ ਲੋਕ ਰੋਹ ਅੱਗੇ ਕੁਝ ਵੀ ਨਾ ਖੜਿਆ। ਵੱਡੇ ਵੱਡੇ ਬੈਰੀਕੇਡ, ਜਲ ਤੋਪਾਂ, ਹੋਰ ਨਾਕੇ ਤੋੜ ਹੋਏ ਕਿਸਾਨ ਦਿੱਲੀ ਦੀਆਂ ਬਰੂਹਾਂ ਵਿੱਚ ਜਾ ਬੈਠੇ, ਜਿੱਥੇ ਉਹ ਹੁਣ ਤੱਕ ਬੈਠੇ ਹਨ ਡੰਡੀ। ਜਦੋਂ ਦਿੱਲੀ ਨੂੰ ਜਾਂਦੇ ਕਿਸਾਨਾਂ ਉੱਤੇ ਪਾਣੀ ਦੀਆਂ ਤੋਪਾਂ ਆਦਿ ਵਰ੍ਹਾਈਆਂ ਗਈਆਂ ਤਾਂ ਹਰਿਆਣੇ ਦੇ ਨੌਜਵਾਨ ਗੱਭਰੂ ਨਵਦੀਪ ਵਰਗੇ ਨੇ ਆਪਣੀ ਜਾਨ ਤਲੀ 'ਤੇ ਰੱਖ ਕੇ ਜਲ ਤੋਪਾਂ ਬੰਦ ਕੀਤੀਆਂ, ਜਿਸ ਦੀ ਚਰਚਾ ਸਦਾ ਰਹੇਗੀ ਡੰਡੀ। ਹਰਿਆਣਾ ਵਿੱਚ ਕਿਸਾਨਾਂ ਨੇ ਹਰਿਆਣਾ ਦਾ ਮੁੱਖ ਮੰਤਰੀ, ਭਾਜਪਾ ਦੇ MP, LMA ਤੇ ਹੋਰ ਨੇਤਾਵਾਂ ਦਾ ਅਜਿਹਾ ਬਾਈਕਾਟ ਕੀਤਾ ਕਿ ਉਹ ਹਰਿਆਣੇ ਦੇ ਪਿੰਡਾਂ ਵਿੱਚ ਨਹੀਂ ਵੜ ਸਕਦੇ। ਹੁਣ ਤੱਕ ਮੁਕੰਮਲ ਬਾਈਕਾਟ ਕੀਤਾ ਹੈ ਡੰਡੀ। ਬੀਤੇ ਦਿਨੀਂ ਹਰਿਆਣਾ ਦੀ ਕਾਂਗਰਸ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਵਿੱਚ ਸਰਕਾਰ ਭਰੋਸੇਯੋਗਤਾ ਵਿਰੁੱਧ ਮਤਾ ਲਿਆਂਦਾ ਡੰਡੀ। ਇਹ ਮਤਾ ਬੇਸ਼ੱਕ ਸਿਆਸੀ ਤੌਰ 'ਤੇ ਵੀ ਜੁੜਿਆ ਹੋਇਆ ਸੀ, ਪਰ ਹਰਿਆਣੇ ਦੇ ਲੋਕਾਂ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਇਹ ਮੁਹਿੰਮ ਵਿੱਢੀ ਡੰਡੀ। ਹਰਿਆਣੇ ਦੇ ਪ੍ਰਮੁੱਖ ਕਿਸਾਨ ਆਗੂਆਂ ਤੋਂ ਇਲਾਵਾ ਅੱਗੇ ਹੋ ਕੇ ਲੜਨ ਵਾਲੇ ਗੁਰਨਾਮ ਸਿੰਘ ਚੜੂਣੀ ਜਿਹੇ ਆਗੂਆਂ ਨੇ ਖੁਦ ਜਾ ਕੇ ਹਰਿਆਣਾ ਵਿਚਲੇ ਵਿਧਾਇਕਾਂ ਨੂੰ ਸਰਕਾਰ ਵਿਰੁੱਧ ਵੋਟ ਪਾਉਣ ਲਈ ਬੇਨਤੀ ਖੁਦ ਜਾ ਕੇ ਕੀਤੀ ਡੰਡੀ। ਉਹਨਾਂ ਕਿਹਾ ਕਿ ਅਸੀਂ ਹੁਣ ਤੱਕ ਹਰ ਪਾਰਟੀ ਨੂੰ ਵੋਟ ਪਾਉਂਦੇ ਆ ਰਹੇ ਹਾਂ, ਹੁਣ ਸਾਡੀ ਬੇਨਤੀ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਇੱਕ ਵਾਰ ਜ਼ਰੂਰ ਵੋਟ ਪਾਈ ਜਾਵੇ ਡੰਡੀ। ਪਰ ਜਦੋਂ ਹਰਿਆਣਾ ਵਿਧਾਨ ਸਭਾ ਵਿੱਚ ਇਹ ਵੋਟਿੰਗ ਸ਼ੁਰੂ ਹੋਈ ਤਾਂ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਹਰਿਆਣੇ ਦੇ ਲੋਕਾਂ ਵੱਲੋਂ ਚੁਣੇ ਹੋਏ ਸਿਆਸੀ ਨੇਤਾਵਾਂ ਨੇ ਲੋਕਾਂ ਨਾਲ ਹੀ ਧਰੋਹ ਕਮਾਇਆ। ਆਪਣੀ ਕੁਰਸੀ ਨੂੰ ਬਚਾਉਣ, ਨਿੱਜੀ ਮਫਾਦਾਂ ਦੇ ਹਿੱਤਾਂ ਨੂੰ ਦੇਖਦਿਆਂ ਬਹੁਤੇ ਵਿਧਾਨਕਾਰਾਂ ਨੇ ਵੋਟਾਂ ਸਰਕਾਰ ਦੇ ਹੱਕ ਵਿੱਚ ਪਾਈਆਂ। ਸਭ ਕੁਝ ਆਪਾਂ ਦੇਖ ਚੁੱਕੇ ਹਾਂ ਡੰਡੀ। ਹਰਿਆਣਾ ਦੇ ਬਜ਼ੁਰਗ ਨੇਤਾ ਚੌਧਰੀ ਓਮ ਪ੍ਰਕਾਸ਼ ਚੌਟਾਲਾ, ਜੋ ਆਪਣੇ ਆਪ ਨੂੰ ਹੁਣ ਤੱਕ ਕਿਸਾਨਾਂ ਦੇ ਨਾਲ ਖੜਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ, ਤੇ ਉਸ ਦੇ ਪਰਿਵਾਰਕ ਮੈਂਬਰ ਇਸ ਵੇਲੇ ਹਰਿਆਣਾ ਵਿੱਚ ਰਾਜ ਕਰ ਰਹੀ ਭਾਜਪਾ ਸਰਕਾਰ ਦੇ ਹਮਾਇਤ ਕਰਕੇ ਉਪ ਮੁੱਖ ਮੰਤਰੀ ਬਣੇ ਹਨ ਡੰਡੀ। ਕਿਸਾਨਾਂ ਦੇ ਨਾਂ 'ਤੇ ਆਪਣੀ ਸਲਤਨਤ ਖੱਡ ਕਰਨ ਵਾਲੇ ਅਜਿਹੇ ਲੋਕਾਂ ਨੂੰ ਕਿਹੜੀ ਗਦਾਰੀ ਦਾ ਸਰਟੀਫਿਕੇਟ ਦਈਏ, ਇਹ ਵੀ ਸਮਝ ਨਹੀਂ ਆ ਰਹੀ ਡੰਡੀ। ਕਿਸਾਨ ਸੰਘਰਸ਼ ਮੋਰਚੇ ਵਿੱਚ
ਪਹਿਲੇ ਦਿਨ ਤੋਂ ਹੀ ਸ਼ਾਮਲ ਹਰਿਆਣਵੀ ਲੋਕਾਂ ਨੇ ਸਰਕਾਰ ਦੇ ਨਾਸੀ ਧੂੰਆਂ ਲਿਆ ਕੇ ਰੱਖਿਆ ਸੀ ਡੰਡੀ। ਹਰਿਆਣਾ ਵਿੱਚੋਂ ਕਿਸਾਨ ਸੰਘਰਸ਼ ਮੋਰਚੇ ਵਿੱਚ ਅਨੇਕਾਂ ਸੇਵਾਵਾਂ ਨਿਰੰਤਰ ਰੂਪ ਵਿੱਚ ਹੁਣ ਤੱਕ ਨਿਭਾਈਆਂ ਜਾ ਰਹੀਆਂ ਹਨ। ਡੰਡੀ ਕਿਸਾਨਾਂ ਦੇ ਵਿਰੋਧ ਵਿੱਚ ਹੋਈ ਵੋਟਿੰਗ ਤੋਂ ਖਫਾ ਹੋਏ ਕਿਸਾਨਾਂ ਨੇ ਹੁਣ ਪੂਰੀ ਤਰ੍ਹਾਂ ਸਾਰੇ ਹੀ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਮੰਡਲ ਦੇ ਵਿਧਾਇਕਾਂ ਤੇ ਮੁੱਖ ਮੰਤਰੀ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਹੈ। ਡੰਡੀ ਹਰਿਆਣੇ ਦੇ ਲੋਕ ਆਪੋ ਆਪਣੀ ਪਿੰਡਾਂ ਵਿੱਚ ਡਾਂਗਾ ਫੜ ਕੇ ਨਾਕੇ ਲਾ ਕੇ ਬੈਠੇ ਹਨ ਕਿ ਆਓ ਬੇਈਮਾਨ ਲੀਡਰੋ ਤੁਹਾਨੂੰ ਦੱਸੀਏ ਕਿ ਵੋਟਾਂ ਕਿਵੇਂ ਲਈਦੀਆਂ ਹਨ। ਡੰਡੀ ਇਹ ਮਸਲਾ ਜਿੱਥੇ ਹੁਣ ਭਖਿਆ ਹੋਇਆ ਹੈ ਉੱਥੇ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਸਰਕਾਰ ਲਈ ਵੱਡੇ ਖਤਰੇ ਦੀ ਘੰਟੀ ਹੈ। ਪਰ ਹਰਿਆਣਾ ਸਰਕਾਰ ਸਮਝ ਹੀ ਨਹੀਂ ਰਹੀ, ਸਗੋਂ ਹੋਰ ਗਲਤ ਜੋਖਮ ਕਰਕੇ ਹਰਿਆਣਵੀ ਕਿਸਾਨਾਂ ਤੇ ਲੋਕਾਂ ਦੇ ਜ਼ਖਮਾਂ ਉੱਤੇ ਲੂਣ ਛਿੜਕ ਰਹੀ ਹੈ। ਡੰਡੀ ਚੁਣਾਵੀ ਰਾਜ ਪੱਛਮੀ ਬੰਗਾਲ ਵਿੱਚ ਕਿਸਾਨਾਂ ਮਜ਼ਦੂਰਾਂ ਵੱਲੋਂ ਕੋਲਕਾਤਾ ਵਿੱਚ ਹੋ ਰਹੀਆਂ ਕਿਸਾਨ ਮਹਾਪੰਚਾਇਤਾਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ। ਡੰਡੀ ਕਿਸਾਨ ਅੰਦੋਲਨ ਦੁਨੀਆ ਦਾ ਇੱਕੋ ਇੱਕ ਅਜਿਹੇ ਅੰਦੋਲਨ ਦਾ ਖਿਤਾਬ ਹਾਸਲ ਕਰਦਾ ਨਜ਼ਰ ਆਉਂਦਾ ਹੈ ਜੋ ਅੱਜ ਤੋਂ ਪਹਿਲਾਂ ਨਾ ਤਾਂ ਇਹੋ ਜਿਹਾ ਅੰਦੋਲਨ ਕਿਤੇ ਹੋਇਆ ਤੇ ਨਾ ਹੀ ਮੁੜ ਛੇਤੀ ਕਿਤੇ ਹੋਵੇਗਾ। ਡੰਡੀ ਇਹ ਉਹ ਕਾਮਯਾਬ ਅੰਦੋਲਨ ਹੈ ਜਿਸ ਵਿੱਚ ਹਰ ਅੰਦੋਲਨਕਾਰੀ ਨੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਦੇਸ਼ ਦੁਨੀਆ ਦੇ ਸਾਹਮਣੇ ਇੱਕ ਬਹੁਤ ਵੱਡੀ ਸ਼ਲਾਘਾਯੋਗ ਮਿਸਾਲ ਕਾਇਮ ਕਰ ਵਿਖਾਈ ਹੈ। ਡੰਡੀ ਇਹ ਉਹ ਕਿਸਾਨ ਮਜ਼ਦੂਰਾਂ ਦਾ ਅੰਦੋਲਨ ਹੈ ਜਿਸ ਵਿੱਚ ਭਾਰਤ ਦੇ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੀਆਂ ਔਰਤਾਂ ਜਿਨ੍ਹਾਂ ਵਿੱਚ ਬੱਚੀਆਂ ਬੀਬੀਆਂ ਤੇ ਭੈਣਾਂ ਹਨ, ਜਿਨ੍ਹਾਂ ਨੇ ਕਿਸਾਨ ਮਜ਼ਦੂਰ ਵੀਰਾਂ ਤੇ ਬਜ਼ੁਰਗ ਨਾਲ ਬਰਾਬਰ ਖੜ ਅੰਦੋਲਨ ਨੂੰ ਮਜ਼ਬੂਤ ਕਰ ਸਿਖਰਾਂ 'ਤੇ ਲਿਜਾਣ ਦਾ ਵੱਡਮੁੱਲਾ ਯੋਗਦਾਨ ਪਾਇਆ ਹੈ ਜੋ ਸਦਾ ਹੀ ਯਾਦ ਕੀਤਾ ਜਾਇਆ ਕਰੇਗਾ। ਡੰਡੀ ਬੱਚੀਆਂ ਬੀਬੀਆਂ ਤੇ ਭੈਣਾਂ ਦੇ ਕਿਸਾਨ ਅੰਦੋਲਨ ਪ੍ਰਤੀ ਸਮਰਪਣ ਨੂੰ ਦੇਸ਼ ਦੁਨੀਆ ਦਾ ਹਰ ਵਰਗ ਸਲਾਮ ਕਰਦਾ ਨਜ਼ਰ ਆਉਂਦਾ ਹੈ। ਇਸੇ ਤਰ੍ਹਾਂ ਦੇਸ਼ ਦੁਨੀਆ 'ਚ ਮਸ਼ਹੂਰ ਅਮਰੀਕਾ ਦੀ ਟਾਈਮ ਮੈਗਜ਼ੀਨ ਨੇ ਆਪਣੇ ਮਾਰਚ 2021 ਦੇ ਅੰਕ ਦੇ ਕਵਰ ਪੇਜ 'ਤੇ ਕਿਸਾਨ ਅੰਦੋਲਨ 'ਚ ਸ਼ਾਮਲ ਭਾਰਤ ਦੀਆਂ ਬੀਬੀਆਂ ਭੈਣਾਂ ਦੀ ਤਸਵੀਰ ਛਾਪੀ ਗਈ ਹੈ। ਡੰਡੀ ਕੌਮਾਂਤਰੀ ਪੱਧਰ 'ਤੇ ਇਸ ਮੈਗਜ਼ੀਨ ਦੇ ਕਵਰ ਪੇਜ 'ਤੇ ਇਹਨਾਂ ਬੱਚੀਆਂ ਬੀਬੀਆਂ ਤੇ ਭੈਣਾਂ ਦੀ ਤਸਵੀਰ ਦਾ ਛਪਣਾ ਆਪਣੇ ਆਪ ਵਿੱਚ ਹੀ ਕਿਸਾਨ ਅੰਦੋਲਨ ਦੀ ਕਾਮਯਾਬੀ ਵੱਲ ਵਧਣ ਦੀ ਨਿਸ਼ਾਨੀ ਹੈ। ਟਾਈਮ ਮੈਗਜ਼ੀਨ ਦੇ ਕਵਰ ਪੇਜ 'ਤੇ ਛਾਪੀ ਗਈ ਇਸ ਤਸਵੀਰ 'ਚ ਕੇਂਦਰ ਸਰਕਾਰ ਦੇ ਤਿੰਨੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ 'ਚ ਸ਼ਾਮਲ ਹੋ ਕੇ ਰੋਸ ਪ੍ਰਗਟ ਕਰ ਰਹੀਆਂ ਛੋਟੀਆਂ ਛੋਟੀਆਂ ਬੱਚੀਆਂ ਬਜ਼ੁਰਗ ਬੀਬੀਆਂ ਤੇ ਭੈਣਾਂ ਹਨ। ਨਾਲ ਹੀ ਟਾਈਮ ਮੈਗਜ਼ੀਨ ਨੇ ਕੈਪਸ਼ਨ 'ਚ ਲਿਖਿਆ ਹੈ, ਮੈਨੂੰ ਡਰਾਇਆ ਨਹੀਂ ਜਾ ਸਕਦਾ ਅਤੇ ਮੈਨੂੰ ਖਰੀਦਿਆ ਨਹੀਂ ਜਾ ਸਕਦਾ। ਇਸ ਅੰਦੋਲਨ ਨੂੰ ਕਿਸਾਨ ਅੰਦੋਲਨ ਦੀ ਇੱਕ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ ਜੋ ਕਿ ਪਿੰਡਾਂ ਕਸਬਿਆਂ ਤੋਂ ਸ਼ੁਰੂ ਹੋ ਕੇ ਦੇਸ਼ ਦੁਨੀਆ ਦੇ ਵਿੱਚ ਅੱਜ ਹਰ ਅਖਬਾਰ ਮੈਗਜ਼ੀਨ 'ਚ ਖਬਰਾਂ ਤੇ ਲੇਖਾਂ ਦੇ ਰੂਪ 'ਚ
ਦੇਸ਼ ਦੁਨੀਆ ਦੇ ਲੋਕਾਂ ਦੇ ਰੂਬਰੂ ਹੋ ਰਿਹਾ ਹੈ ਡੰਡੀ। ਇਹ ਕਿਸਾਨ ਅੰਦੋਲਨ ਹੁਣ ਦੇਸ਼ ਦੇ ਵੱਖ-ਵੱਖ ਸੂਬਿਆਂ 'ਚੋਂ ਹੁੰਦਾ ਹੋਇਆ ਹੁਣ ਦੁਨੀਆ ਪੱਧਰ 'ਤੇ ਪਹੁੰਚ ਲੋਕਾਂ ਤੇ ਸਰਕਾਰਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਡੰਡੀ। ਹੁਣ ਹਰ ਵਰਗ ਦੇ ਲੋਕ ਚੰਗੀ ਤਰ੍ਹਾਂ ਜਾਣ ਗਏ ਹਨ ਕਿ ਇਹ ਖੇਤੀ ਕਾਨੂੰਨ ਸਿਰਫ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਹੀ ਨਹੀਂ ਬਲਕਿ ਹਰ ਉਸ ਵਰਗ ਦੇ ਖਿਲਾਫ ਹਨ ਜੋ ਦੋ ਵਕਤ ਦੀ ਰੋਟੀ ਖਾਤਰ ਆਪਣੇ ਜੀਵਨ 'ਚ ਸੰਘਰਸ਼ ਕਰ ਰਹੇ ਹਨ ਡੰਡੀ। ਇਸ ਖੇਤੀ ਕਾਨੂੰਨ ਨਾਲ ਸਮੁੱਚੀ ਖੇਤੀ ਤੇ ਖੁਰਾਕ ਪਦਾਰਥ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਚਲੇ ਜਾਣ ਦਾ ਜਨਤਕ ਵੰਡ ਪ੍ਰਣਾਲੀ 'ਤੇ ਭਾਰੀ ਅਸਰ ਹੋ ਸਕਦਾ ਹੈ, ਜਿਸ ਰਾਹੀਂ ਦੇਸ਼ ਦੀ ਇੱਕ ਵੱਡੀ ਆਬਾਦੀ ਨੂੰ ਮਿਲ ਰਹੇ ਸਸਤੇ ਰਾਸ਼ਨ ਤੋਂ ਵਾਂਝੇ ਹੋਣਗੇ ਅਤੇ ਕਰੋੜਾਂ ਲੋਕ ਭੁੱਖਮਰੀ ਦੇ ਸ਼ਿਕਾਰ ਹੋਣਗੇ ਡੰਡੀ। ਖੇਤੀ ਕਾਨੂੰਨ ਦੇ ਨੀਤੀ ਘਾੜਿਆਂ ਤੇ ਮਾਹਿਰਾਂ ਦੇ ਧਿਆਨ 'ਚ ਇਹ ਗੱਲ ਆਉਣੀ ਬੇਹੱਦ ਜ਼ਰੂਰੀ ਹੈ ਤੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਖੇਤੀ ਤੇ ਖੁਰਾਕ ਪਦਾਰਥ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਚਲੇ ਜਾਣ ਨਾਲ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦਾ ਇੱਕ ਵੱਡਾ ਵਰਗ ਭੁੱਖਮਰੀ ਦਾ ਸ਼ਿਕਾਰ ਹੋ ਜਾਵੇਗਾ ਡੰਡੀ। ਜਨ ਹਿੱਤ 'ਚ ਇਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਬਿਨਾਂ ਸ਼ਰਤ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਡੰਡੀ। ਬਰੈਂਪਟਨ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਜਿੱਥੇ ਕਿਸਾਨੀ ਨੂੰ ਲੈ ਕੇ ਨੌਜਵਾਨਾਂ ਦੁਆਰਾ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਉੱਥੇ ਹੀ ਕੁਝ ਹਫ਼ਤਿਆਂ ਤੋਂ ਮੋਦੀ ਭਗਤਾਂ ਦੁਆਰਾ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡੰਡੀ। ਅਜੇ ਕੁਝ ਦਿਨ ਪਹਿਲਾਂ ਹੀ ਬਰੈਂਪਟਨ ਵਿੱਚ ਮੋਦੀ ਭਗਤਾਂ ਦੁਆਰਾ ਇੱਕ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਡੰਡੀ, ਜਿਸ ਦੌਰਾਨ ਨੌਜਵਾਨਾਂ ਨਾਲ ਕਾਫੀ ਥਾਵਾਂ 'ਤੇ ਬਹਿਸਬਾਜ਼ੀ ਵੀ ਹੋਈ। ਪਰ ਦੁੱਖ ਦੀ ਗੱਲ ਇਹ ਹੈ ਕਿ ਜਿੱਥੇ ਨੌਜਵਾਨ ਵਰਗ ਲਗਾਤਾਰ ਕਈ ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਇੰਨੀ ਠੰਡ ਵਿੱਚ ਸੜਕਾਂ 'ਤੇ ਲਾਕਡਾਊਨ ਦੌਰਾਨ ਵੀ ਡਟੇ ਹੋਏ ਹਨ, ਉੱਥੇ ਕੁਝ ਕੁ ਪੰਜਾਬੀ ਟੀਵੀ ਤੇ ਰੇਡੀਓ ਚੈਨਲ ਨੌਜਵਾਨਾਂ ਦੇ ਖਿਲਾਫ ਤਕਰੀਰਾਂ ਦਿੰਦੇ ਸੁਣਾਈ ਦਿੱਤੇ ਡੰਡੀ। ਹੁਣ ਜਿਹੜੇ ਚੈਨਲਾਂ ਨੇ ਨੌਜਵਾਨਾਂ ਦੀ ਕੱਢੀ ਕਿਸੇ ਰੈਲੀ ਨੂੰ ਲੋਕਾਂ ਸਾਹਮਣੇ ਪੇਸ਼ ਨਹੀਂ ਕੀਤਾ, ਉਹ ਅੱਜ ਕਿਸਾਨੀ ਸੰਘਰਸ਼ ਨਾਲ ਜੁੜੇ ਨੌਜਵਾਨਾਂ ਲਈ ਗੋਦੀ ਮੀਡੀਆ ਦਾ ਕੰਮ ਕਰਦੇ ਦਿਖਾਈ ਦਿੱਤੇ ਡੰਡੀ। ਬਰੈਂਪਟਨ ਵਿੱਚ ਵਸਦੇ ਨੌਜਵਾਨ, ਚਾਹੇ ਉਹ ਪੰਜਾਬੀ ਵਿਦਿਆਰਥੀ ਹੋਣ ਜਾਂ ਕਿਸੇ ਹੋਰ ਸਟੇਟਸ ਦੇ, ਕਿਸੇ ਨੂੰ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਕਿਸਾਨੀ ਸੰਘਰਸ਼ ਲਈ ਵਿਦੇਸ਼ਾਂ ਵਿੱਚ ਸੜਕਾਂ 'ਤੇ ਆ ਕੇ ਮੁਜ਼ਾਹਰੇ ਕਰ ਰਹੇ ਹਨ ਡੰਡੀ। ਨੌਜਵਾਨਾਂ ਦਾ ਕੈਨੇਡਾ ਵਿੱਚ ਰੈਲੀ ਕੱਢਣ ਦਾ ਘੱਟੋ ਘੱਟ ਸਾਰੇ ਪੰਜਾਬੀ ਭਾਈਚਾਰੇ ਦੇ ਚੈਨਲਾਂ ਨੂੰ ਅੱਗੇ ਆ ਕੇ ਸਾਥ ਦੇਣਾ ਚਾਹੀਦਾ। ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਟੋਰਾਂਟੋ ਵਿੱਚ ਰਹਿ ਰਿਹਾ ਕੋਈ ਪੰਜਾਬੀ ਇੰਡਸਟਰੀ ਨਾਲ ਸੰਬੰਧਿਤ ਕੋਈ ਵੀ ਗਾਇਕ ਜਾਂ ਅਦਾਕਾਰ ਕਿਸਾਨੀ ਦੀ ਸਪੋਰਟ ਵਿੱਚ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਨਹੀਂ ਪਹੁੰਚਿਆ ਡੰਡੀ। ਮੈਂ ਕਿਸੇ ਚੈਨਲ ਜਾਂ ਗਾਇਕ ਦਾ ਨਾਮ ਨਹੀਂ ਲਊਂਗੀ, ਪਰ ਇਸ ਗੱਲ ਦਾ ਅਹਿਸਾਸ ਜ਼ਰੂਰ ਕਰਵਾਉਣਾ ਚਾਹਾਂਗੀ ਕਿ ਜੇ ਤੁਸੀਂ ਦਿਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹੋ ਤਾਂ ਨੌਜਵਾਨਾਂ ਬਾਰੇ ਮਾੜਾ ਬੋਲਣ ਤੋਂ ਪਹਿਲਾਂ ਉਹਨਾਂ ਦੇ ਜਜ਼ਬੇ ਦੀ ਕਦਰ ਕਰੋ ਡੰਡੀ।
ਜ਼ਿੰਦਗੀ ਬਹੁਤ ਖੂਬਸੂਰਤ ਹੈ ਡੰਡੀ। ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਕਿਸ ਤਰ੍ਹਾਂ ਜਿਉ ਰਹੇ ਹਾਂ ਡੰਡੀ। ਅੱਜ ਕੱਲ੍ਹ ਜੋ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਅੰਦਰ ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਹੈ ਡੰਡੀ। ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ ਡੰਡੀ। ਜੇ ਬੱਚੇ ਗਲਤ ਚੱਲ ਰਹੇ ਹੁੰਦੇ ਹਨ ਜਾਂ ਕੋਈ ਅਜਿਹਾ ਗਲਤ ਕੰਮ ਕਰ ਦਿੰਦੇ ਹਨ ਤਾਂ ਮਾਂ ਬਾਪ ਉਹਨਾਂ ਨੂੰ ਝਿੜਕਦੇ ਹਨ ਡੰਡੀ। ਮਾਂ ਬਾਪ ਨੂੰ ਇਹ ਹੁੰਦਾ ਕਿ ਕੱਲ੍ਹ ਨੂੰ ਕੋਈ ਬਾਹਰ ਦਾ ਬੰਦਾ ਆ ਕੇ ਇਹ ਨਾ ਕਹੇ ਕਿ ਤੁਹਾਡੇ ਬੱਚੇ ਨੇ ਇਹ ਗਲਤ ਕੰਮ ਕੀਤਾ ਹੈ ਡੰਡੀ। ਪਰ ਜੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਉਹ ਗਲਤ ਰਾਹ ਪੈ ਚੁੱਕੀ ਹੈ ਡੰਡੀ। ਆਏ ਦਿਨ ਅਸੀਂ ਅਖਬਾਰਾਂ ਵਿੱਚ ਪੜ੍ਹਦੇ ਹਨ ਕਿ ਚੜ੍ਹਦੀ ਜਵਾਨੀ ਖੁਦਕੁਸ਼ੀਆਂ ਕਰ ਰਹੀ ਹੈ ਡੰਡੀ। ਜੇ ਉਹਨਾਂ ਨੂੰ ਕੋਈ ਕਿਸੇ ਨਾਲ ਮਨ ਮੁਟਾਵ ਹੈ ਜਾਂ ਕੋਈ ਉਹਨਾਂ ਤੋਂ ਗਲਤ ਕੰਮ ਹੋ ਚੁੱਕਿਆ ਹੈ ਤਾਂ ਉਹ ਆਪਣੇ ਮਾਂ ਬਾਪ ਨਾਲ ਕਿਉਂ ਨਹੀਂ ਗੱਲ ਸਾਂਝੀ ਕਰਦੇ, ਕਿਉਂ ਉਹ ਇਹ ਅਜਿਹਾ ਕਦਮ ਚੁੱਕਦੇ ਹਨ ਡੰਡੀ। ਅਜਿਹਾ ਜਦੋਂ ਬੱਚੇ ਕਦਮ ਚੁੱਕਦੇ ਹਨ ਤਾਂ ਪਿੱਛੋਂ ਮਾਂ ਬਾਪ ਜਿਉਂਦੇ ਜੀ ਹੀ ਮਰ ਜਾਂਦੇ ਹਨ ਡੰਡੀ। ਮਾਂ ਬਾਪ ਦੇ ਬਹੁਤ ਵੱਡੇ ਵੱਡੇ ਅਰਮਾਨ ਹੁੰਦੇ ਹਨ ਕਿ ਕੱਲ੍ਹ ਨੂੰ ਉਹਨਾਂ ਦੀ ਔਲਾਦ ਵਧੀਆ ਅਫਸਰ ਬਣੇ ਡੰਡੀ। ਬੱਚਿਆਂ ਨੂੰ ਇਹ ਹੁੰਦਾ ਹੈ ਕਿ ਜੇ ਉਹ ਆਪਣੇ ਘਰ ਮਾਂ ਬਾਪ ਨੂੰ ਦੱਸਣਗੇ ਤਾਂ ਸ਼ਾਇਦ ਉਹਨਾਂ ਨੂੰ ਕੁੱਟਣਗੇ ਡੰਡੀ ਪੈਰਾ। ਇੱਕ ਮਾਂ ਬਾਪ ਹੀ ਆਪਣੇ ਬੱਚੇ ਦੇ ਸੱਚੇ ਦੋਸਤ ਹੁੰਦੇ ਹਨ ਡੰਡੀ। ਮਾਂ ਬਾਪ ਦੀ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨਾਲ ਦੋਸਤੀ ਨਿਭਾਉਣ ਡੰਡੀ। ਮਾਂ ਬਾਪ ਦੀ ਜ਼ਿੰਮੇਵਾਰੀ ਸ਼ੁਰੂ ਤੋਂ ਹੀ ਬਣ ਜਾਂਦੀ ਹੈ ਕਿ ਆਪਣੇ ਬੱਚੇ ਨਾਲ ਨੇੜਤਾ ਪਾਈ ਜਾਏ ਤਾਂ ਜੋ ਕੱਲ੍ਹ ਨੂੰ ਬੱਚੇ ਇਹ ਗਲਤ ਕਦਮ ਨਾ ਚੁੱਕਣ ਡੰਡੀ। ਹਮੇਸ਼ਾ ਮਾਂ ਬਾਪ ਬੱਚਿਆਂ ਨਾਲ ਪਿਆਰ ਨਾਲ ਪੇਸ਼ ਆਉਣ ਡੰਡੀ। ਕਦੇ ਵੀ ਬੱਚਿਆਂ ਨਾਲ ਗੁੱਸੇ ਵਿੱਚ ਪੇਸ਼ ਨਾ ਆਉਣਾ ਡੰਡੀ। ਜੇ ਅਸੀਂ ਆਪਣੇ ਬੱਚਿਆਂ ਨਾਲ ਸ਼ੁਰੂ ਤੋਂ ਹੀ ਵਧੀਆ ਵਤੀਰਾ ਕਰਾਂਗੇ ਤਾਂ ਆਉਣ ਵਾਲੇ ਸਮੇਂ ਵਿੱਚ ਬੱਚੇ ਆਪਣੀ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹਨ ਡੰਡੀ। ਅਕਸਰ ਅਸੀਂ ਦੇਖਦੇ ਹਾਂ ਕਿ ਜੋ ਡਿਪਰੈਸ਼ਨ 'ਚ ਚਲੇ ਜਾਂਦੇ ਹਨ ਉਹ ਅਕਸਰ ਖੁਦਕੁਸ਼ੀ ਕਰ ਲੈਂਦੇ ਹਨ ਡੰਡੀ, ਕਿਉਂਕਿ ਉਹ ਆਪਣੇ ਦਿਲ ਦੀ ਗੱਲ ਕਿਸੇ ਨਾਲ ਵੀ ਸਾਂਝੀ ਨਹੀਂ ਕਰਦੇ ਡੰਡੀ। ਜੇ ਕੋਈ ਮੁਸ਼ਕਲ ਆ ਵੀ ਗਈ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਕਰੀਬੀਆਂ ਨੂੰ ਦੱਸੋ ਡੰਡੀ। ਉਹ ਕੋਈ ਨਾ ਕੋਈ ਹੱਲ ਕੱਢਣਗੇ ਡੰਡੀ। ਮਾਂ ਬਾਪ ਦੀ ਵੀ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਘਰ ਵਿੱਚ ਕੋਈ ਵੀ ਇਨਸਾਨ ਇਸ ਤਰ੍ਹਾਂ ਦੇ ਮਾਹੌਲ ਵਿੱਚ ਆਪਣੇ ਆਪ ਨੂੰ ਢਾਲ ਲੈਂਦਾ ਹੈ ਤਾਂ ਉਸ ਨਾਲ ਸਮਾਂ ਗੁਜ਼ਾਰਨਾ ਚੰਗਾ ਹੁੰਦਾ ਹੈ ਡੰਡੀ। ਅਜਿਹੇ ਬੰਦੇ ਨੂੰ ਕਦੇ ਵੀ ਇਕੱਲਾ ਨਾ ਛੱਡੋ ਡੰਡੀ, ਜਿਸ ਕਰਕੇ ਉਸ ਨੂੰ ਇਕੱਲਾਪਨ ਮਹਿਸੂਸ ਹੋਵੇ ਤਾਂ ਜੋ ਉਹ ਕੋਈ ਵੀ ਗਲਤ ਕਦਮ ਨਾ ਚੁੱਕੇ ਡੰਡੀ। ਅਜਿਹੇ ਬੰਦੇ ਨਾਲ ਚੰਗੀਆਂ ਚੰਗੀਆਂ ਗੱਲਾਂ ਕਰੋ ਜਿਸ ਨਾਲ ਉਸ ਦਾ ਮਨ ਸਹੀ ਹੋਵੇਗਾ ਡੰਡੀ। ਚੰਗੀਆਂ ਚੰਗੀਆਂ ਕਿਤਾਬਾਂ ਪੜ੍ਹਨ ਲਈ ਕਹੋ ਡੰਡੀ, ਜਿਸ ਵਿੱਚ ਉਸ ਦੇ ਦਿਮਾਗ ਵਿੱਚ ਘਟੀਆ ਵਿਚਾਰ ਨਹੀਂ ਪੈਦਾ
ਹੋਣਗੇ ਡੰਡੀ। ਜੋ ਇਨਸਾਨ ਇਸ ਤਰ੍ਹਾਂ ਦੇ ਮਾਹੌਲ ਵਿੱਚ ਹੁੰਦਾ ਹੈ ਉਸ ਨੂੰ ਚੰਗੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਡੰਡੀ। ਚੰਗੇ ਗਾਣੇ ਸੁਣੋ, ਖੁੱਲ੍ਹੀ ਹਵਾ ਵਿੱਚ ਜਾਓ ਡੰਡੀ। ਪਾਰਕ ਵਿੱਚ ਸੈਰ ਕਰੋ ਡੰਡੀ। ਸਵੇਰੇ ਸੂਰਜ ਨਿਕਲਣ ਤੋਂ ਪਹਿਲੇ ਸੈਰ ਕਰਨ ਲਈ ਨਿਕਲ ਜਾਓ ਡੰਡੀ। ਸਵੇਰ ਦਾ ਨਜ਼ਾਰਾ ਬਹੁਤ ਹੀ ਦਿਲ ਖਿੱਚਵਾਂ ਹੁੰਦਾ ਹੈ ਡੰਡੀ। ਵਾਤਾਵਰਨ ਸਾਫ ਸੁਥਰਾ ਹੁੰਦਾ ਹੈ ਡੰਡੀ। ਪੰਛੀਆਂ ਦੀਆਂ ਚਹਿਕ ਚਹਾਉਣ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਹਨ ਡੰਡੀ। ਗੁਰੂ ਘਰ ਦੀ ਬਾਣੀ ਕੰਨਾਂ ਵਿੱਚ ਪੈਂਦੀ ਹੈ ਡੰਡੀ। ਸਾਹਿਤ ਦੀਆਂ ਬਹੁਤ ਕਿਤਾਬਾਂ ਹੁੰਦੀਆਂ ਹਨ ਡੰਡੀ। ਅੱਜ ਉਹ ਸਮਾਂ ਹੈ ਜਿਹੜੀ ਵੀ ਮੁਸੀਬਤ ਪੈਂਦੀ ਹੈ ਉਸ ਦਾ ਹੱਲ ਨਿਕਲ ਪੈਂਦਾ ਹੈ ਡੰਡੀ। ਸੋ ਜ਼ਿੰਦਗੀ ਨੂੰ ਖੂਬਸੂਰਤ ਢੰਗ ਨਾਲ ਜੀਓ ਡੰਡੀ। ਜੇ ਜ਼ਿੰਦਗੀ ਨੂੰ ਖੂਬਸੂਰਤ ਢੰਗ ਨਾਲ ਜੀਵਾਂਗੇ ਤਾਂ ਸਾਡੇ ਦਿਮਾਗ ਵਿੱਚ ਅਜਿਹੇ ਭੈੜੇ ਖਿਆਲ ਨਹੀਂ ਆਉਣਗੇ ਅਤੇ ਅਸੀਂ ਆਪਣੀ ਜ਼ਿੰਦਗੀ ਦਾ ਸਫ਼ਰ ਆਨੰਦਮਈ ਗੁਜ਼ਾਰ ਸਕਾਂਗੇ ਡੰਡੀ। ਮਹਾਰਾਜ ਦੀ ਵਿਸ਼ਾਲ ਰੈਲੀ ਤੋਂ ਬਾਅਦ ਮਸਤੂਆਣਾ ਸਾਹਿਬ ਵਿਖੇ ਦੀਪ ਸਿੱਧੂ ਅਤੇ ਹੋਰ ਬੰਦੀ ਸਿੱਖ ਨੌਜਵਾਨਾਂ ਅਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੀਤੀ ਗਈ ਰੈਲੀ ਦਾ ਜਨਤਕ ਹੁੰਗਾਰਾ ਬੇਮਿਸਾਲ ਸੀ ਡੰਡੀ। ਬੇਸ਼ੱਕ ਕਿ ਲੋਕਾਂ ਦੀ ਗਿਣਤੀ ਦੇ ਮਿਆਰ ਤੋਂ ਇਕੱਠ 19-21 ਦਾ ਹੋਵੇ ਪਰ ਇਸ ਇਕੱਠ ਦਾ ਜ਼ਾਬਤਾ, ਸੰਗਠਿਤ ਵਰਤਾਰਾ ਅਤੇ ਮੰਚ ਸੰਚਾਲਨ ਦਾ ਪੱਧਰ ਬਹੁਤ ਹੀ ਮਿਆਰੀ ਅਤੇ ਨਿਆਂਕਾਰੀ ਸੀ ਡੰਡੀ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਇਹ ਇਕੱਠ ਨੌਜਵਾਨਾਂ ਦੀ ਸਵੈ ਪੱਧਰ ਉੱਪਰ ਕੀਤੀ ਗਈ ਮਿਹਨਤ ਦਾ ਝਲਕਾਰਾ ਸੀ ਪਰ ਜਿਸ ਤਰ੍ਹਾਂ ਦਾ ਸੰਗਠਿਤ ਰੂਪ ਸਿਰਜਿਆ ਗਿਆ ਉਸ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਡੰਡੀ। ਪਹਿਲੀ ਗੱਲ ਤਾਂ ਸੋਚਣ ਲਈ ਮਜਬੂਰ ਕਰਦੀ ਹੈ ਕਿ ਮੁੱਦਾ ਬੇਸ਼ੱਕ ਕਿਸਾਨ ਸੰਘਰਸ਼ ਹੈ। ਇਸ ਸੰਘਰਸ਼ ਵਿੱਚ ਨੌਜਵਾਨ ਧਿਰ ਦੀ ਦਿਲਚਸਪੀ ਅਤੇ ਸ਼ਮੂਲੀਅਤ ਬੇਮਿਸਾਲ ਹੈ ਡੰਡੀ। ਅਕਸਰ ਪਹਿਲਾਂ ਕਿਸਾਨ ਜਥੇਬੰਦੀਆਂ ਇਹੀ ਰੱਟ ਲਗਾਉਂਦੀਆਂ ਰਹੀਆਂ ਕਿ ਸੰਘਰਸ਼ ਨੂੰ ਮਿਲੇ ਲੋਕ ਹੁੰਗਾਰੇ ਪਿੱਛੇ ਉਹਨਾਂ ਦਾ ਕੇਡਰ ਅਤੇ ਕੀਤਾ ਕੰਮ ਅਸਰ ਅੰਦਾਜ਼ ਹੈ ਪਰੰਤੂ ਬਿਨਾਂ ਕਿਸੇ ਜਥੇਬੰਦਕ ਕੇਡਰ ਅਤੇ ਸੰਸਥਾਗਤ ਢਾਂਚੇ ਤੋਂ ਮਿਲੇ ਇਸ ਵੱਡੇ ਲੋਕ ਹੁੰਗਾਰੇ ਨੇ ਅਜਿਹੇ ਦਾਅਵਿਆਂ ਦੀ ਵੀ ਫੂਕ ਕੱਢ ਦਿੱਤੀ ਡੰਡੀ। ਦਰਅਸਲ ਜਿਸ ਦੇਸ਼ਾਂ ਵੱਲ ਹੁਣ ਕਿਸਾਨ ਸੰਘਰਸ਼ ਕੇਂਦਰਿਤ ਹੁੰਦਾ ਜਾ ਰਿਹਾ ਹੈ ਉਸ ਦੇਸ਼ਾਂ ਵਿੱਚ ਨੌਜਵਾਨੀ ਨੂੰ ਕੋਈ ਆਸ ਦੀ ਕਿਰਨ ਅਜੇ ਨਜ਼ਰ ਨਹੀਂ ਆ ਰਹੀ ਪਰ ਨੌਜਵਾਨ ਸੰਘਰਸ਼ ਨੂੰ ਹੋਂਦ ਦੀ ਜੰਗ ਦੇ ਰੂਪ ਵਿੱਚ ਆਰ ਪਾਰ ਦੇ ਨਜ਼ਰੀਏ ਤੋਂ ਸੋਚ ਰਹੇ ਹਨ ਡੰਡੀ। ਕਿਸਾਨ ਸੰਘਰਸ਼ ਦੇ ਆਗੂਆਂ ਨੇ ਪਹਿਲਾਂ ਤਾਂ ਐਲਾਨ ਕੀਤੇ ਕਿ ਸੰਘਰਸ਼ ਨੂੰ ਰਾਜਨੀਤੀ ਤੋਂ ਮੁਕਤ ਰੱਖਿਆ ਜਾਵੇਗਾ ਅਤੇ ਮੌਜੂਦਾ ਪੜਾਅ ਉੱਪਰ ਆ ਕੇ ਜਿਸ ਤਰ੍ਹਾਂ ਦੀ ਰਾਜਨੀਤਿਕ ਪਹੁੰਚ ਅਤੇ ਦਖਲ ਅੰਦਾਜ਼ੀ ਸ਼ੁਰੂ ਕੀਤੀ ਉਸ ਨੂੰ ਅਜੇ ਤੱਕ ਸਾਰਥਕ ਰੂਪ ਵਿੱਚ ਨਹੀਂ ਵੇਖਿਆ ਜਾ ਰਿਹਾ ਡੰਡੀ। ਅੱਗੇ ਜਾ ਕੇ ਨਿਰਣਾਇਕ ਪੱਖ ਪੈਦਾ ਕੀ ਹੁੰਦਾ ਹੈ ਇਸ ਬਾਰੇ ਤਾਂ ਕੁਝ ਫੈਸਲਾ ਜਾਂ ਨਿਰਣਾ ਕਰਨਾ ਕਠਿਨ ਹੈ ਪਰ ਅਜੇ ਨੌਜਵਾਨ ਆਪਣੇ ਆਪ ਨੂੰ
ਆਗੂ ਪ੍ਰਣਾਲੀ ਤੋਂ ਨਿਰਾਸ਼ ਮਹਿਸੂਸ ਕਰ ਰਿਹਾ ਹੈ। ਡੰਡੀ ਅੱਜ ਦੀ ਇਸ ਇਕੱਤਰਤਾ ਵਿੱਚ ਸਿੱਖ ਚਿੰਤਕ ਅਜਮੇਰ ਸਿੰਘ ਦਾ ਕਥਨ ਬਹੁਤ ਹੀ ਸਟੀਕ ਸੀ ਕਿ ਆਗੂ ਜਨਤਾ ਨੂੰ ਕਹਿੰਦੇ ਹਨ ਕਿ ਹੋਸ਼ ਵਿੱਚ ਰਹੋ, ਪਰ ਆਗੂਆਂ ਦਾ ਹੋਸ਼ ਨੂੰ ਪ੍ਰਭਾਸ਼ਿਤ ਕਰਨ ਦਾ ਨਜ਼ਰੀਆ ਝੁਕਾਅ ਵਾਲਾ ਅਤੇ ਸਮਝੌਤਾ ਪੱਖੀ ਹੈ, ਜਦਕਿ ਨੌਜਵਾਨਾਂ ਦਾ ਜੋਸ਼ ਸੰਘਰਸ਼ ਦੀ ਰੂਹ ਹੈ ਅਤੇ ਉਹਨਾਂ ਦਾ ਜੋਸ਼ ਸਰਕਾਰ ਨੂੰ ਹੋਸ਼ ਵਿੱਚ ਲਿਆਉਣ ਦੀ ਸਮਰੱਥਾ ਰੱਖਦਾ ਹੈ। ਡੰਡੀ ਅੱਜ ਦੇ ਇਕੱਠ ਵਿੱਚ ਨੌਜਵਾਨਾਂ ਅਤੇ ਕਿਸਾਨਾਂ ਦੀ ਸ਼ਮੂਲੀਅਤ ਅਤੇ ਜ਼ਹਿਨੀਅਤ ਦਾ ਮੁਲਾਂਕਣ ਕੀਤਾ ਜਾਵੇ ਤਾਂ ਉਹਨਾਂ ਦੀ ਨਿਰਾਸ਼ਾ ਆਗੂਆਂ ਪ੍ਰਤੀ ਤਾਂ ਹੈ, ਪਰ ਸੰਘਰਸ਼ ਪ੍ਰਤੀ ਉਹ ਬਹੁਤ ਹੀ ਆਸਵੰਦ ਅਤੇ ਜੇਤੂ ਤਬਸਰ ਵਿੱਚ ਹਨ। ਡੰਡੀ ਉਹ ਸੰਘਰਸ਼ ਦੀ ਦਿਸ਼ਾ ਅਤੇ ਦਸ਼ਾ ਨੂੰ ਸਮਝ ਰਹੇ ਹਨ ਅਤੇ ਇਸ ਦੇ ਨਾਲ ਹੀ ਦੀਪ ਸਿੱਧੂ ਵਰਗੇ ਨਵੇਂ ਚਿਹਰਿਆਂ ਨੂੰ ਨੌਜਵਾਨ ਆਗੂਆਂ ਉੱਪਰ ਸਵੀਕਾਰ ਕਰਨ ਲਈ ਨਿੱਘੇ ਹੁੰਗਾਰੇ ਦਾ ਇਸ਼ਾਰਾ ਵੀ ਦੇ ਰਹੇ ਹਨ। ਡੰਡੀ ਬੇਸ਼ੱਕ ਕਿ ਇਹ ਅਜੇ ਤਾਂ ਇੱਕ ਕਿਆਸ ਰਾਈ ਹੀ ਕਹੀ ਜਾ ਸਕਦੀ ਹੈ, ਇਸ ਬਾਰੇ ਅੰਤਿਮ ਨਿਰਣਾ ਤਾਂ ਦੀਪ ਸਿੱਧੂ ਨੇ ਲੈਣਾ ਹੈ। ਡੰਡੀ ਅੱਜ ਦੇ ਇਕੱਠ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੁਰਜੀਤ ਫੂਲ ਦੇ ਵਿਖਿਆਨ ਦੇ ਕਈ ਇਸ਼ਾਰੇ ਬੜੀਆਂ ਡੂੰਘੀਆਂ ਰਮਜ਼ਾਂ ਭਰਪੂਰ ਸਨ, ਜਿਹੜੇ ਕਿਸੇ ਸਮੇਂ ਦੀਪ ਸਿੱਧੂ ਵੱਲੋਂ ਆਗੂਆਂ ਉੱਪਰ ਜਤਾਏ ਸ਼ੰਕਿਆਂ ਦੀ ਰੌਸ਼ਨੀ ਵਿੱਚ ਵਿਚਾਰਨੇ ਜ਼ਰੂਰੀ ਹਨ। ਡੰਡੀ ਦੀਪ ਸਿੱਧੂ ਨੇ ਪੰਜਾਬ ਦੇ ਆਗੂਆਂ ਦੇ ਅਤੀਤ ਤੇ ਤਜਰਬਿਆਂ ਦੇ ਆਧਾਰ ਉੱਪਰ ਕਿਹਾ ਸੀ ਕਿ ਸਾਡੇ ਆਗੂ ਗੱਲਬਾਤ ਦੀ ਮੇਜ਼ ਉੱਪਰ ਜਾ ਕੇ ਸੰਘਰਸ਼ ਨੂੰ ਵੇਚ ਦਿੰਦੇ ਹਨ ਅਤੇ ਸੰਘਰਸ਼ੀ ਲੋਕਾਂ ਦਾ ਲੱਕ ਤੋੜ ਦਿੰਦੇ ਹਨ, ਪਰ ਹੁਣ ਦੇ ਸੰਘਰਸ਼ ਵਿੱਚ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ। ਡੰਡੀ ਅੱਜ ਸੁਰਜੀਤ ਫੂਲ ਦਾ ਇਹ ਕਥਨ ਕਿ ਗੱਲਾਂ ਚੱਲਦੀਆਂ ਹਨ ਕਿ ਕਿਸਾਨ ਆਗੂ ਸਰਕਾਰ ਨਾਲ ਸਮਝੌਤੇ ਦਾ ਆਧਾਰ ਤਿਆਰ ਕਰ ਰਹੇ ਹਨ, ਪਰ ਮੇਰੀ ਜਥੇਬੰਦੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕਾਨੂੰਨਾਂ ਦੇ ਰੱਦ ਹੋਣ ਤੱਕ ਜੰਗ ਲੜੇਗੀ, ਕਿਉਂਕਿ ਇਹ ਕਾਨੂੰਨ ਕਿਸਾਨੀ ਦੀ ਮੌਤ ਦੇ ਵਾਰੰਟ ਹਨ ਅਤੇ ਜਿਹੜਾ ਸਰਕਾਰ ਨਾਲ ਸਮਝੌਤਾਵਾਦੀ ਰੁਖ ਅਪਣਾਵੇਗਾ ਉਹ ਆਪਣੇ ਮੌਤ ਦੇ ਵਾਰੰਟ ਉੱਪਰ ਹੀ ਦਸਤਖਤ ਕਰੇਗਾ। ਡੰਡੀ ਹੁਣ ਜੇਕਰ ਸੁਰਜੀਤ ਫੂਲ ਹੁਰਾਂ ਦੀ ਇਸ ਨਿਰਣਾਇਕ ਟਿੱਪਣੀ ਦੇ ਪ੍ਰਖੇਪ ਵਿੱਚ ਰਾਜੇਵਾਲ ਲੌਂਗੋਵਾਲ ਸਮਝੌਤਾ ਦੁਬਾਰਾ ਜ਼ਹਿਨਸ਼ੀਲ ਕਰਨ ਦਾ ਯਤਨ ਕਰੀਏ ਤਾਂ ਕਈ ਤਰ੍ਹਾਂ ਦੀ ਉਥਲ ਪੁਥਲ ਦੀ ਕਿਆਸ ਰਾਈ ਕੀਤੀ ਜਾ ਸਕਦੀ ਹੈ। ਡੰਡੀ ਬੇਸ਼ੱਕ ਕਿ ਸੁਰਜੀਤ ਫੂਲ ਨੇ ਆਪਣਾ ਪੱਖ ਵੀ ਬਹੁਤ ਸਪਸ਼ਟ ਰੂਪ ਵਿੱਚ ਰੱਖਿਆ ਹੈ। ਡੰਡੀ ਪੰਜਾਬ ਦੇ ਕਿਸਾਨ ਅਤੇ ਲੋਕ ਕਿਸੇ ਵੀ ਸੂਰਤ ਵਿੱਚ ਕਾਨੂੰਨਾਂ ਪ੍ਰਤੀ ਸਮਝੌਤਾਵਾਦੀ ਪੱਖ ਅਪਣਾਉਣ ਨੂੰ ਤਿਆਰ ਨਹੀਂ, ਪਰ ਸੰਯੁਕਤ ਮੋਰਚੇ ਦੇ ਆਗੂਆਂ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਿਰਾਸ਼ਤਾ ਵੱਲ ਜ਼ਰੂਰ ਜਾ ਰਹੇ ਹਨ। ਡੰਡੀ ਚੇਤਨ ਲੋਕਾਂ ਦਾ ਅੱਜ ਦੇ ਇਕੱਠ ਵਿੱਚ ਇੱਕ ਮਤ ਵੀ ਬਹੁਤ ਭਾਰੂ ਰਿਹਾ ਕਿ 71 ਨੌਜਵਾਨਾਂ ਨੂੰ ਕੋਈ ਸੰਗਠਿਤ ਜਥੇਬੰਦਕ ਢਾਂਚਾ ਵੀ ਉਸਾਰਨਾ ਚਾਹੀਦਾ ਹੈ, ਕਿਉਂ ਪੰਜਾਬ ਦੀਆਂ ਸਥਾਪਿਤ ਧਿਰਾਂ ਪ੍ਰਤੀ ਵੀ
ਆਮ ਵਰਗ ਵਿੱਚ ਨਿਰਾਸ਼ਾ ਵੀ ਵੱਧ ਰਹੀ ਹੈ। ਡੰਡੀ। ਜੇਕਰ ਸਰਗਰਮ ਨੌਜਵਾਨ ਧਿਰਾਂ ਨੇ ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਸਮੇਂ ਕੋਈ ਆਪਣਾ ਜਥੇਬੰਦਕ ਢਾਂਚਾ ਕਾਇਮ ਕੀਤਾ ਹੁੰਦਾ ਤਾਂ ਸ਼ਾਇਦ ਹੁਣ ਤੱਕ ਕਿਸਾਨ ਸੰਘਰਸ਼ ਆਗੂਆਂ ਨਾਲ ਬਰਾਬਰ ਦੀ ਧਿਰ ਵੀ ਖੜ੍ਹੀ ਹੁੰਦੀ ਅਤੇ ਸਰਕਾਰ ਨਾਲ ਚੱਲ ਰਹੀ ਗੱਲਬਾਤ ਵਿੱਚ ਵਧੇਰੇ ਪਾਰਦਰਸ਼ਤਾ ਨਾਲ ਆਗੂ ਪ੍ਰਣਾਲੀ ਦੀ ਭਰੋਸੇਯੋਗਤਾ ਵੀ ਬਣੀ ਰਹਿੰਦੀ। ਡੰਡੀ। ਅੱਜ ਵੀ ਜੇਕਰ ਨੌਜਵਾਨ ਵੀਰ ਇਸ ਵਰਤਾਰੇ ਵਿੱਚ ਕੋਈ ਜਥੇਬੰਦਕ ਢਾਂਚਾ ਖੜ੍ਹਾ ਕਰਨ ਦੀ ਕੋਸ਼ਿਸ਼ ਕਰਨ ਤਾਂ ਬੇਸ਼ੱਕ ਸਾਰਥਕ ਸਿੱਟਿਆਂ ਲਈ ਤਾਂ ਵਕਤ ਲੱਗੇਗਾ, ਪਰ ਸਿਆਸੀ ਨਿਜ਼ਾਮ ਉੱਪਰ ਦਬਾਅਕਾਰੀ ਧਿਰ ਸਥਾਪਿਤ ਕੀਤੀ ਜਾ ਸਕਦੀ ਹੈ। ਡੰਡੀ। ਅੱਜ ਦੀ ਇਸ ਇਕੱਤਰਤਾ ਵਿੱਚ ਕਿਸਾਨ ਵਿਰੋਧੀ ਕਾਨੂੰਨਾਂ ਦੇ ਨਾਲ ਨਾਲ ਪੰਜਾਬ ਦੀ ਹੋਂਦ ਅਤੇ ਫਸਲਾਂ ਦੇ ਨਾਲ ਨਾਲ ਭਵਿੱਖ ਦੀਆਂ ਨਸਲਾਂ ਲਈ ਚਿੰਤਨਸ਼ੀਲ ਹਨ। ਡੰਡੀ। ਸੂਬਾਈ ਵੱਧ ਅਧਿਕਾਰਾਂ ਅਤੇ ਪੰਜਾਬ ਦੀ ਹੋਂਦ ਦੇ ਮਸਲੇ ਦੀਆਂ ਪਰਤਾਂ ਨੂੰ ਫਰੋਲੀਏ ਤਾਂ ਇਸ ਬਿਰਤਾਂਤ ਦੇ ਪਿੱਛੇ ਸ਼ੰਭੂ ਮੋਰਚੇ ਵਿਖੇ ਦੀਪ ਸਿੱਧੂ ਦੀ ਮਿਹਨਤ ਦਾ ਅਸਰ ਜ਼ਰੂਰ ਹੈ। ਡੰਡੀ। ਉਸ ਨੇ ਸ਼ੰਭੂ ਮੋਰਚੇ ਦੌਰਾਨ ਜਿੱਥੇ ਕਿਸਾਨੀ ਕਾਨੂੰਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ, ਉੱਥੇ ਹੀ ਅਨੰਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ ਵੱਧ ਸੂਬਾਈ ਅਧਿਕਾਰਾਂ ਅਤੇ ਪੰਜਾਬ ਦੇ ਸੰਤਾਪ ਦੇ ਬਾਰੇ ਖੁੱਲ੍ਹ ਕੇ ਚਰਚਾ ਕਰਨ ਅਤੇ ਸੁਣਦਾ ਮੰਚ ਸਿਰਜਿਆ। ਡੰਡੀ। ਕੋਈ ਅਤ ਕਥਨੀ ਨਹੀਂ ਕਿ ਇਸ ਮੋਰਚੇ ਦੀ ਇਹ ਇੱਕ ਵੱਡੀ ਪ੍ਰਾਪਤੀ ਗਿਣੀ ਜਾਵੇਗੀ ਕਿ ਦੀਪ ਸਿੱਧੂ ਫੈਡਰਲ ਢਾਂਚੇ ਦੀ ਪੁਨਰ ਵਿਆਖਿਆ ਕਰਦਿਆਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਪੜ੍ਹਨ ਅਤੇ ਸਮਝਣ ਦੀ ਚੇਸ਼ਟਾ ਪੈਦਾ ਕੀਤੀ ਅਤੇ ਨੌਜਵਾਨਾਂ ਨੇ ਕਣਕ ਅਤੇ ਫਸਲ ਨੂੰ ਅਣਖ ਅਤੇ ਨਸਲ ਨਾਲ ਜੋੜ ਕੇ ਵੇਖਣਾ ਅਤੇ ਸਮਝਣਾ ਸ਼ੁਰੂ ਕੀਤਾ। ਡੰਡੀ। ਪੰਜਾਬ ਦੀ ਨੌਜਵਾਨੀ ਨੇ ਇਸ ਜੰਗ ਨੂੰ ਬਾਕੀ ਸੂਬਿਆਂ ਤੋਂ ਵਧੇਰੇ ਗੰਭੀਰਤਾ ਅਤੇ ਚਿੰਤਨਸ਼ੀਲਤਾ ਨਾਲ ਇਸੇ ਕਰਕੇ ਹੀ ਲਿਆ ਹੈ ਕਿ ਪੰਜਾਬ ਵਿੱਚ ਸਿੱਖ ਵਿਚਾਰਧਾਰਾ ਦੀ ਫੁਲਵਾੜੀ ਆਪਣੀ ਹੋਂਦ ਨੂੰ ਵੰਗਾਰ ਦੇ ਖਿਲਾਫ ਜਾਨ ਹੂਲਣ ਤੱਕ ਜਾਂਦੀ ਹੈ। ਡੰਡੀ। ਕਿਸਾਨ ਆਗੂ ਤਾਂ ਬਸ ਸ਼ਾਇਦ ਖੇਤੀ ਕਾਨੂੰਨਾਂ ਨੂੰ ਰੱਦ ਜਾਂ ਮੁਲਤਵੀ ਤੱਕ ਸੀਮਤ ਵਰਤਾਰੇ ਨੂੰ ਜਿੱਤ ਦੀ ਪਰਿਭਾਸ਼ਾ ਦੇ ਰੂਪ ਵਿੱਚ ਵੇਖ ਰਹੇ ਹਨ, ਪਰੰਤੂ ਪੰਜਾਬ ਦੇ ਨੌਜਵਾਨ ਤਾਂ ਇਸ ਜੰਗ ਨੂੰ ਜ਼ਮੀਨ ਤੋਂ ਕਿਤੇ ਉੱਪਰ ਜਾ ਕੇ ਜ਼ਮੀਰ ਦੀ ਜੰਗ ਨਾਲ ਜੋੜ ਕੇ ਵੇਖ ਰਹੇ ਹਨ, ਜਿਸ ਵਿੱਚ ਜ਼ਮੀਰ ਖਾਤਰ ਆਪਾ ਵਾਰਨ ਦਾ ਪ੍ਰਤੱਖ ਝਲਕਾਰਾ ਹੁੰਦਾ ਹੈ। ਡੰਡੀ। ਸਿੱਖ ਇਤਿਹਾਸ ਨੇ ਅਨੇਕਾਂ ਐਸੀਆਂ ਮਿਸਾਲਾਂ ਪੈਦਾ ਕੀਤੀਆਂ ਹਨ ਕਿ ਜ਼ਮੀਰ ਦਾ ਸੌਦਾ ਕਦੀ ਜ਼ਮੀਨ ਨਾਲ ਨਹੀਂ ਕੀਤਾ ਅਤੇ ਜ਼ਮੀਰ ਜਿੰਦਾ ਰੱਖਦਿਆਂ ਕਦੀ ਆਪਣੀ ਜ਼ਮੀਨ ਵੱਲ ਕਿਸੇ ਨੂੰ ਅੱਖ ਨਹੀਂ ਕਰਨ ਦਿੱਤੀ। ਡੰਡੀ। ਵੈਸੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਿਰਜਿਆ ਬਿਰਤਾਂਤ ਵੀ ਹਮੇਸ਼ਾ ਕਈ ਵਿਆਖਿਆ ਪ੍ਰਣਾਲੀਆਂ ਦਾ ਹਮਰਾਹ ਰਹੇਗਾ ਕਿ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਡੰਡੀ। ਧਰਮ ਦੀ ਵਰਤੋਂ ਕਰਦਿਆਂ
ਅਨੇਕਾਂ ਜਾਤਾਂ ਪਾਤਾਂ ਅਤੇ ਜਮਾਤਾਂ ਨੂੰ ਵੰਡਦੀ ਰਾਜਨੀਤੀ ਦਾ ਪੈਸੇ ਦੇ ਪ੍ਰਮੁੱਖਤਾ ਨੂੰ ਨਕਾਰਦਿਆਂ ਹੋਇਆਂ ਵੀ ਇਸ ਤੋਂ ਅਲੱਗ ਨਾ ਹੋ ਕੇ ਸਗੋਂ ਪੈਸੇ ਦੇ ਮੁੱਖ ਸਰੋਤਾਂ ਕਾਰਪੋਰੇਟਾਂ ਪੂੰਜੀਪਤੀਆਂ ਰਾਹੀਂ ਸਥਾਈ ਤੌਰ 'ਤੇ ਕਾਬਜ਼ ਹੋਣ ਦੀ ਬਿਰਤੀ ਦੁਨੀਆ ਵਿੱਚ ਭਾਰੂ ਹੋ ਗਈ ਹੈ ਡੰਡੀ, ਜਿਸ ਸਦਕਾ ਸਮੂਹ ਰਾਜਸੀ ਲੋਕਾਂ ਦਾ ਵੱਡੇ ਅਮੀਰ ਘਰਾਣਿਆਂ ਦੇ ਦਰਵਾਜ਼ੇ 'ਤੇ ਜਾ ਖੜਨਾ ਆਮ ਹੋ ਗਿਆ ਹੈ ਡੰਡੀ। ਰਾਜਨੀਤਿਕ ਵਰਗ ਆਪਣੀ ਮੁਫਾਜੀ ਜੇਤੂ ਕਾਰਜਾਂ ਲਈ ਸਭ ਤੋਂ ਵੱਧ ਉਹਨਾਂ ਲੋਕਾਂ ਉੱਪਰ ਕੇਂਦਰਿਤ ਹੁੰਦਾ ਜਾ ਰਿਹਾ ਹੈ ਜੋ ਉਸ ਦੀ ਜਿੱਤ ਲਈ ਵੱਧ ਤੋਂ ਵੱਧ ਵਿੱਤੀ ਮੀਡੀਆ ਜਾਂ ਹੋਰ ਸਾਧਨ ਪੇਸ਼ ਕਰੇਗਾ ਡੰਡੀ। ਅਜਿਹੀ ਰਾਜਨੀਤੀ ਦੇ ਸਮਝੌਤੇ ਅੱਗੇ ਜਾ ਕੇ ਦੇਸ਼ ਆਰਥਿਕਤਾ ਅਤੇ ਅਖੰਡਤਾ ਲਈ ਘਾਤਕ ਹੋਣਾ ਸ਼ੁਰੂ ਹੋ ਗਏ ਹਨ ਡੰਡੀ। ਖਾਸ ਕਰਕੇ ਪੂੰਜੀਪਤੀ ਲੋਕਾਂ ਦਾ ਲੋੜੋਂ ਵੱਧ ਰਾਜਨੀਤੀ ਵਿੱਚ ਦਖਲ ਲੋਕਤੰਤਰ ਦੇ ਅਸਲ ਮੁਹਾਂਦਰੇ ਨੂੰ ਵਿਗਾੜ ਰਿਹਾ ਹੈ ਡੰਡੀ, ਜਿਸ ਦੀ ਭਾਰਤ ਵਿੱਚ ਵੱਖ ਉਦਾਹਰਣ ਵੇਖਣ ਨੂੰ ਮਿਲ ਰਹੀ ਹੈ। ਕੁਝ ਕੁ ਅਮੀਰ ਘਰਾਣਿਆਂ ਦੀ ਇਜਾਰੇਦਾਰੀ ਨੇ ਲਾਲਚੀ ਬਿਰਤੀ ਵਿੱਚ ਅੰਨੇ ਲੀਡਰਾਂ ਨੂੰ ਖਰੀਦਣਾ ਸੌਖੇ ਕਰ ਦਿੱਤਾ ਹੈ ਡੰਡੀ। ਆਪਣੇ ਜਾਤੀ ਫਾਇਦੇ ਦੀ ਸਿਆਸਤ ਨੂੰ ਮੋਹਰਾ ਬਣਾ ਲਿਆ ਹੈ ਡੰਡੀ। ਆਪਣੀ ਮਰਜ਼ੀ ਦੀ ਲੋਕ ਰਾਜ ਵਿਵਸਥਾ ਨੂੰ ਘੜਨਾ ਸ਼ੁਰੂ ਕਰ ਦਿੱਤਾ ਹੈ ਡੰਡੀ। ਲੋਕ ਰਾਜ ਦੀ ਚੋਣ ਪਰੰਪਰਾ ਨੂੰ ਖਤਮ ਕਰ ਦਿੱਤਾ ਹੈ ਡੰਡੀ। ਕਿਸੇ ਵੀ ਕਿਰਦਾਰੀ ਲੀਡਰਸ਼ਿਪ ਹੁੰਦੀ ਸੀ ਡੰਡੀ। ਲੀਡਰ ਗਰੀਬ ਰਹਿ ਕੇ ਕੌਮ ਦੇਸ਼ ਦੀ ਸੇਵਾ ਵਿੱਚ ਇੱਜ਼ਤ ਮਾਣ ਨੂੰ ਵਧੇਰੇ ਤਰਜੀਹ ਦਿੰਦੇ ਸਨ ਡੰਡੀ। ਪੈਰਿਸ ਵਿੱਚ ਕਿਸੇ ਕਾਲਜ ਵਿੱਚ ਸਾਲਾਨਾ ਕਨਵੋਕੇਸ਼ਨ ਦੌਰਾਨ ਇੱਕ ਵਿਦਿਆਰਥਣ ਵੱਲੋਂ ਜਦੋਂ ਰਾਜਨੀਤੀ ਵਿਸ਼ੇ ਨੂੰ ਚੁਣਿਆ ਤਾਂ ਸਾਰਾ ਹਾਲ ਖੜਾ ਹੋ ਕੇ ਤਾੜੀਆਂ ਮਾਰ ਰਿਹਾ ਸੀ ਤਾਂ ਇਸ ਦੇ ਅਰਥ ਸਨ ਕਿ ਇਹ ਜੀਵਨ ਵਿੱਚ ਬਹੁਤੀਆਂ ਖਾਹਿਸ਼ਾਂ ਨੂੰ ਮਾਰ ਕੇ ਸੱਚੀ ਸੇਵਾ ਮਾਰਗ 'ਤੇ ਤੁਰੀ ਹੈ ਜੋ ਅੱਗੇ ਜਾ ਕੇ ਦੇਸ਼ ਕੌਮ ਦਾ ਨਾਮ ਰੌਸ਼ਨ ਕਰੇਗੀ ਡੰਡੀ। ਭਾਰਤ ਵਿਚਲੀ ਅੱਜ ਦੀ ਰਾਜਨੀਤੀ ਵਿੱਚ ਗੁੰਡਾ ਬਿਰਤੀ, ਜਰਾਇਮ ਪੇਸ਼ਾ, ਤਾਨਾਸ਼ਾਹੀ ਵੱਧ ਰਹੀ ਹੈ ਡੰਡੀ। ਅਜਿਹੇ ਵਿੱਚ ਅਸਲ ਲੋਕਾਂ ਦੀ ਚੁਣੀਂਦਾ ਸਰਕਾਰ ਨਹੀਂ ਹੋਵੇਗੀ ਡੰਡੀ। ਪੈਸੇ ਨਾਲ ਵੋਟ ਦਾ ਖਰੀਦ ਨਾਲ ਜਰਾਇਮ ਪੇਸ਼ਾ ਲੋਕਾਂ ਦਾ ਚੁਣੇ ਜਾਣਾ, ਚੁਣੇ ਹੋਏ ਜਰਾਇਮ ਪੇਸ਼ਾ ਲੋਕਾਂ ਨਾਲ ਹੋਰ ਜ਼ੁਲਮ ਦੇ ਵਧਣ ਦਾ ਖਤਰਾ, ਨਿਆਂ ਦਾ ਖਰੀਦਿਆ ਜਾਣਾ, ਲੋਕਤੰਤਰ ਉੱਪਰ ਗਲਤ ਲੋਕਾਂ ਦਾ ਕਾਬਜ਼ ਹੋਣ ਨਾਲ ਗਲਤ ਫੈਸਲੇ ਦੇਸ਼ ਅਤੇ ਕੌਮਾਂ ਨੂੰ ਕਮਜ਼ੋਰ ਜ਼ਰੂਰ ਕਰਨਗੇ ਡੰਡੀ। ਧੋਖੇ, ਡਰ, ਪੈਸੇ ਦੇ ਜ਼ੋਰ ਨਾਲ ਜਿੱਤ ਦੇਸ਼ ਦੀ ਆਰਥਿਕਤਾ ਨੂੰ ਤਬਾਹੀ ਦੇ ਕੰਢੇ 'ਤੇ ਲੈ ਆਵੇਗਾ ਡੰਡੀ। ਖਾਸ ਕਰਕੇ ਭਾਰਤ ਵਰਗੇ ਦੇਸ਼ ਵਿੱਚ ਇਹ ਬਹੁਤ ਮਾਰੂ ਸਿੱਧ ਹੋ ਰਹੇ ਹਨ ਡੰਡੀ। 2014 ਵਿੱਚ ਚੁਣੀ ਭਾਜਪਾ ਸਰਕਾਰ ਦੇ ਮਨੋਰਥ ਪਿਛਲੀਆਂ 73 ਸਾਲਾਂ ਦੇ ਭਾਰਤ ਦੇ ਇਤਿਹਾਸ ਵਿੱਚ ਨੁਮਾਇੰਦਾ ਪਾਰਟੀਆਂ ਤੋਂ ਬਿਲਕੁਲ ਹਟ ਕੇ ਹਨ ਡੰਡੀ। ਵੱਖਰੀ ਫਿਰਕੂ ਰਾਜਨੀਤੀ ਦਾ ਆਗਾਜ਼ ਸ਼ੁਰੂ ਹੋਇਆ ਹੈ ਡੰਡੀ, ਜਿਸ ਦਾ ਮਨੋਰਥ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਵੱਧ ਰਿਹਾ ਹੈ ਡੰਡੀ। ਘੱਟ ਗਿਣਤੀਆਂ ਦੇ ਲੋਕਾਂ, ਧਾਰਮਿਕ ਸਥਾਨਾਂ, ਪਰੰਪਰਾਵਾਂ, ਅਕੀਦਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਡੰਡੀ। ਭਾਰਤ ਦੇ ਲੋਕਤੰਤਰ ਦੀ
ਹਾਲਤ ਨਾਜੀਵਾਦੀ ਡਾਇਰੈਕਟਰਸ਼ਿਪ ਵੱਲ ਵੱਧਦੀ ਨਜ਼ਰ ਆ ਰਹੀ ਹੈ। ਡੰਡੀ ਨਵੇਂ ਕਾਨੂੰਨਾਂ ਨੂੰ ਬਣਾਉਣ ਲਈ ਜ਼ਰੂਰੀ ਪ੍ਰਕਿਰਿਆ ਮਿੱਧ ਕੇ ਸਿੱਧੇ ਆਰਡੀਨੈਂਸ ਲਿਆ ਕੇ ਕਾਨੂੰਨਾਂ ਦੀ ਸ਼ਕਲ ਦਿੱਤੀ ਜਾ ਰਹੀ ਹੈ। ਡੰਡੀ ਅਨੇਕਾਂ ਬਿੱਲਾਂ ਨੂੰ ਅਸੰਵਿਧਾਨਿਕ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ। ਡੰਡੀ ਖੇਤੀ ਦੇ ਸੁਧਾਰ ਹਿੱਤ ਕਿਸਾਨਾਂ ਦੇ ਲਈ 3 ਬਿੱਲ ਲਿਆਂਦੇ ਗਏ। ਡੰਡੀ ਖੇਤੀ ਧੰਦੇ ਦੀ ਜੋ ਅਸਲ ਸਥਿਤੀ ਅੱਜ ਹੈ ਉਸ ਤੋਂ ਵੀ ਵੱਧ ਖਤਰਨਾਕ ਹਾਲਾਤ ਬਣਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਡੰਡੀ ਕਿਸਾਨਾਂ ਦੇ ਭਵਿੱਖ ਲਈ ਬਹੁਤ ਮਾਰੂ ਸਿੱਧ ਹੋਣਗੇ। ਡੰਡੀ ਕਿਸਾਨਾਂ ਨੂੰ ਇਹ ਦੱਸਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਆਪਣੇ ਹੱਕਾਂ ਲਈ ਮੁਜ਼ਾਹਰੇ ਧਰਨੇ ਮਾਰਚ ਹੀ ਇੱਕ ਰਸਤਾ ਬਚਿਆ ਹੈ ਜਿਸ ਨਾਲ ਇਨਸਾਫ ਮਿਲਣ ਦੀ ਆਸ ਵੱਜਦੀ ਹੈ। ਡੰਡੀ ਅਨੇਕਾਂ ਕਿਸਾਨਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਡੰਡੀ ਮੋਦੀ ਸਰਕਾਰ ਨੇ ਖੇਤੀ ਸੰਬੰਧੀ 3 ਬਿੱਲ ਲਿਆ ਕੇ ਕਿਸਾਨੀ ਦਾ ਤਰਾ ਕੱਢ ਦਿੱਤਾ ਹੈ। ਡੰਡੀ ਇਹ ਸਿੱਧੇ ਆਰਡੀਨੈਂਸ ਲਿਆ ਕੇ ਕਿਸਾਨਾਂ ਦੀ ਰਾਏ ਜਾਣਨ ਤੋਂ ਬਿਨਾਂ ਹੀ ਸਿੱਧੇ ਰਾਜ ਸਭਾ ਵਿੱਚ ਗੈਰ ਸੰਵਿਧਾਨਿਕ ਢੰਗ ਤੋਂ ਕਾਨੂੰਨ ਦੀ ਸ਼ਕਲ ਦਿੱਤੀ ਗਈ ਹੈ। ਡੰਡੀ ਇਹ ਬਹੁ ਵਰਗ ਦਾ ਬਚਿਆ ਖੁਚਿਆ ਧੰਦਾ ਵੀ ਕਾਰਪੋਰੇਟ ਘਰਾਣਿਆਂ ਦੀ ਸਿੱਧੀ ਕਮਾਂਡ ਹੇਠ ਕਰਨ ਬਰਾਬਰ ਹੈ। ਡੰਡੀ ਕਿਸਾਨਾਂ ਨੇ ਇਹਨਾਂ ਬਿੱਲਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਡੰਡੀ ਸਰਕਾਰਾਂ ਦੇ ਬੇਰੁਖੀ ਦਾ ਸ਼ਿਕਾਰ ਹੋਇਆ ਅੱਜ ਕਿਸਾਨ ਦਿੱਲੀ ਦੀ ਘੇਰਾਬੰਦੀ ਕਰਨ ਲਈ ਮਜਬੂਰ ਹੋਇਆ ਹੈ। ਡੰਡੀ ਸਰਕਾਰ ਕਿਸਾਨਾਂ ਨਾਲ ਗੱਲ ਕਰਨ ਤੋਂ ਭੱਜ ਰਹੀ ਹੈ। ਡੰਡੀ ਕਿਸਾਨ ਆਪਣੇ ਭਵਿੱਖ ਪ੍ਰਤੀ ਚਿੰਤਤ ਹੋਇਆ ਸਰਕਾਰ ਨੂੰ ਇਹਨਾਂ ਕਾਨੂੰਨਾਂ ਦੀ ਵਾਪਸੀ ਦੀ ਮੰਗ ਕਰ ਰਿਹਾ ਹੈ। ਡੰਡੀ ਕਿਸਾਨੀ ਹਾਲਤ ਪਹਿਲਾਂ ਵੀ ਚੰਗੇ ਨਹੀਂ ਸਨ। ਫਸਲ ਦਾ ਯੋਗ ਭਾਅ ਨਾ ਮਿਲਣਾ, ਕਰਜ਼ੇ ਦੀ ਮਾਰ, ਮਹਿੰਗਾਈ, ਬੀਜ ਦਵਾਈਆਂ ਦੀ ਨਕਲੀ ਮਿਲਾਵਟ ਨੇ ਰੋਜ਼ਾਨਾ ਆਤਮ ਹੱਤਿਆਵਾਂ ਦੇ ਦੌਰ ਨੂੰ ਜਨਮ ਦਿੱਤਾ। ਡੰਡੀ ਗਰੀਬ ਤਬਕੇ ਨੇ ਪਹਿਲਾਂ ਵੀ ਨੋਟਬੰਦੀ ਦੀ ਮਾਰ ਝੱਲੀ ਹੈ। ਡੰਡੀ ਰੋਜ਼ਮਰਾ ਦੀ ਜ਼ਰੂਰਤ ਦੇ ਆਨ ਪ੍ਰਦਾਨ ਦੇ ਮੁੱਖ ਸਰੋਤ ਨਗਦੀ ਰਾਹੀਂ ਹੀ ਕਰਦਾ ਸੀ। ਡੰਡੀ ਦੁਨੀਆ ਵਿੱਚ ਕਿਸਾਨਾਂ ਦੇ ਹਾਲਾਤ ਵਧੀਆ ਨਹੀਂ ਹਨ। ਡੰਡੀ ਗਰੀਬ ਕਿਸਾਨਾਂ ਦੀ ਭਾਰਤ ਵਿੱਚ 67% ਵਸੋਂ ਹੈ। ਡੰਡੀ ਛੋਟੇ ਕਿਸਾਨ 18%, ਅਰਧ ਮੱਧ ਵਰਗੀ ਕਿਸਾਨ 10%, ਮੱਧ ਵਰਗੀ ਕਿਸਾਨ 4% ਅਤੇ 1% ਅਮੀਰ ਕਿਸਾਨ ਹਨ। ਡੰਡੀ ਇਹਨਾਂ ਵਿੱਚ ਤਕਰੀਬਨ 95% ਕਿਸਾਨ ਵਰਗ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ। ਡੰਡੀ ਆਮ ਤੌਰ 'ਤੇ ਕਿਸਾਨ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਕਰਦਾ ਹੈ। ਡੰਡੀ ਜਿਸ ਵਿੱਚ ਲਾਗਤ ਮੁੱਲ ਦਾ 50% ਮੁਨਾਫੇ ਦੀ ਗੱਲ ਕਹੀ ਗਈ ਹੈ। ਡੰਡੀ ਖੇਤੀ ਨੂੰ ਸਰਲ, ਆਸਾਨ ਅਤੇ ਪੈਰਾਂ ਉੱਪਰ ਕਰਨ ਲਈ ਬੀਜਾਂ, ਦਵਾਈਆਂ, ਖਾਦਾਂ ਦੀਆਂ ਕੀਮਤਾਂ ਘੱਟ ਕਰਨ ਅਤੇ ਮਸ਼ੀਨਰੀ 'ਤੇ ਸਬਸਿਡੀ ਮੁਹੱਈਆ ਕਰਵਾਈ ਜਾਵੇ। ਡੰਡੀ ਖੇਤੀ ਸੁਧਾਰ ਲਈ ਕਿਸਾਨਾਂ ਲਈ ਕੈਂਪਾਂ ਦਾ ਲੱਗਣਾ ਜ਼ਰੂਰੀ ਹੋਵੇ। ਡੰਡੀ ਬੀਮੇ ਦੀ ਸਹੂਲਤ ਲਾਜ਼ਮੀ ਕੀਤੀ ਜਾਵੇ ਆਦਿ ਅਨੇਕਾਂ ਹੋਰ ਸਿਫਾਰਸ਼ਾਂ ਹਨ ਜਿਨ੍ਹਾਂ ਨੂੰ ਲਾਗੂ ਕਰਨਾ ਜ਼ਰੂਰੀ ਕੀਤਾ ਜਾਵੇ। ਡੰਡੀ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਨੂੰ ਵੱਡਾ ਕਰਕੇ ਚਾਵਲ,
ਕਣਕ ਦੀ ਫਸਲ ਤੋਂ ਰਕਬੇ ਨੂੰ ਘਟਾ ਕੇ ਨਵੀਆਂ ਕਾਢਾਂ ਰਾਹੀਂ ਹਾਈਬ੍ਰਿਡ ਸਬਜ਼ੀਆਂ ਫਲਾਂ ਦੇ ਉਤਪਾਦਨ 'ਤੇ ਕੇਂਦਰਿਤ ਹੋਣਾ ਜ਼ਰੂਰੀ ਹੈ, ਜਿਸ ਨਾਲ ਵਧੇਰੇ ਪੈਦਾਵਾਰ ਦੇ ਨਾਲ ਪੁਰਾਣੇ ਬੀਜਾਂ ਦੀ ਪੈਦਾਇਸ਼ ਸ਼ਕਤੀ ਦੇ ਘਟਣ ਨਾਲ ਉਤਪਾਦਨ ਉੱਪਰ ਪੈਂਦੇ ਅਸਰ ਅਤੇ ਬਿਮਾਰ ਪੈਦਾਵਾਰ ਤੋਂ ਮੁਕਤੀ ਦੀਆਂ ਜ਼ਿਆਦਾ ਸੰਭਾਵਨਾਵਾਂ ਹਨ। ਡੰਡੀ ਸਰਕਾਰ ਕੋਲ ਜਦੋਂ ਵੀ ਵਧੇਰੇ ਅਨਾਜ ਹੋਵੇ ਤਾਂ ਦੂਸਰੀ ਲੋੜੀਂਦੀ ਫਸਲ ਲਈ ਇੱਕ ਪਲੇਟਫਾਰਮ ਤਿਆਰ ਕਰਕੇ ਜਿਸ ਵਸਤੂ ਜਾਂ ਫਸਲ ਦੀ ਜ਼ਰੂਰਤ ਹੋਵੇ ਸਰਕਾਰ ਉਸ ਉੱਪਰ ਵੱਧ MSP ਤੈਅ ਕਰਕੇ ਕਿਸਾਨਾਂ ਵਿੱਚ ਉਤਸ਼ਾਹ ਪੈਦਾ ਕਰਕੇ ਅਨਾਜ ਦੇ ਭੰਡਾਰ ਦਾ ਸਮਤੋਲ ਰੱਖ ਸਕਦੀ ਹੈ। ਡੰਡੀ ਇਹ ਰਾਜ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਰੱਖ ਕੇ ਕੇਂਦਰ ਸਰਕਾਰ ਆਪਣੇ ਭੰਡਾਰ ਲਈ 2 ਸਾਲਾ ਅਗਾਂਹ ਦੀ ਨੀਤੀ ਸਪਸ਼ਟ ਰਾਜਾਂ ਤੱਕ ਪਹੁੰਚਾਵੇ। ਡੰਡੀ ਰਾਜ ਸਰਕਾਰ ਉਸ ਦੇ ਪ੍ਰਤੀਬੱਧ ਹੋ ਕੇ ਆਪਣੇ ਯੋਗਦਾਨ ਦੀ ਪੂਰਤੀ ਕਰੇ। ਡੰਡੀ ਕਾਰਪੋਰੇਟ ਵਰਗ ਅਤੇ ਕਿਸਾਨ ਵਰਗ ਦੀ ਆਰਥਿਕਤਾ ਦਾ ਵਿਸ਼ਲੇਸ਼ਣ ਜ਼ਰੂਰੀ ਹੈ। ਡੰਡੀ ਦੁਨੀਆ ਵਿੱਚ 1000 ਦੇ ਲਗਭਗ ਅਮੀਰ ਘਰਾਣਿਆਂ ਦਾ ਇੱਕ ਵੱਡਾ ਹਿੱਸਾ ਦੁਨੀਆ ਦੀ ਅਮੀਰੀ ਨੂੰ ਆਪਣੇ ਗੋਡੇ ਹੇਠ ਦੱਬੀ ਬੈਠਾ ਹੈ। ਡੰਡੀ ਭਾਰਤ ਦੇ ਕਾਰਪੋਰੇਟਾਂ ਦੀ ਅਮੀਰੀ 2020 ਵਿੱਚ 35% ਵਧੀ ਹੈ। ਡੰਡੀ ਇਸ ਅਮੀਰੀ ਦੀਆਂ ਪੌੜੀਆਂ ਹੋਰ ਉੱਚੀਆਂ ਹੋ ਰਹੀਆਂ ਹਨ। ਡੰਡੀ ਪੈਟਰੋਲ, ਸੰਚਾਰ, ਡਿਜੀਟਲ, ਟੈਕਨੀਕਲ ਆਦਿ ਸਾਇੰਸ ਵਿਗਿਆਨ ਦੀਆਂ ਹੋ ਰਹੀਆਂ ਕਾਢਾਂ ਦਾ ਵਿਕਰੀਕਰਨ ਦੀ ਮੁਨਾਫਾਖੋਰੀ ਵੀ ਕਾਰਪੋਰੇਟ ਹੀ ਕਰ ਰਿਹਾ ਹੈ। ਡੰਡੀ ਅਮੀਰੀ ਗਰੀਬੀ ਦਾ ਖੱਪੇ ਨੂੰ ਘਟਾਉਣ ਲਈ ਯੋਗ ਕਾਨੂੰਨੀ ਪ੍ਰਕਿਰਿਆ ਅਪਣਾਉਣੀ ਜ਼ਰੂਰੀ ਹੈ। ਡੰਡੀ ਅਮੀਰ ਦਾ ਮੱਧ ਵਰਗੀ ਅਤੇ ਮੱਧ ਵਰਗੀ ਦਾ ਗਰੀਬ ਪੱਖੀ ਫਰਕ ਅਤੇ ਰਵੱਈਆ ਦਾ ਘਟਨਾ ਬਹੁਤ ਅਹਿਮ ਹੋ ਗਿਆ ਹੈ। ਡੰਡੀ ਸਰਕਾਰਾਂ ਨੂੰ ਬਿਨਾਂ ਵਕਤ ਗਵਾਏ ਕਿਸਾਨੀ ਦੇ ਵਕਤੀ ਹਾਲਾਤਾਂ ਨੂੰ ਹੱਲ ਕਰਨ ਦੀ ਪਹਿਲ ਕਦਮੀ ਕਰਨੀ ਚਾਹੀਦੀ ਹੈ ਅਤੇ ਭਵਿੱਖ ਵਿੱਚ ਸੁਧਾਰਾਂ ਵੱਲ ਵਧਣਾ ਚਾਹੀਦਾ ਹੈ। ਡੰਡੀ ਅੱਜ ਦੇ ਦੌਰ ਵਿੱਚ ਕਿਸਾਨੀ ਨੂੰ ਨਵੇਂ ਤਕਨੀਕੀ ਢੰਗਾਂ ਦੀ ਮੁਹਾਰਤ ਦੇਣ ਦੀ ਲੋੜ ਹੈ। ਡੰਡੀ ਬੀਮਾ ਯੋਜਨਾ, ਸਬਸਿਡੀਆਂ, ਘੱਟ ਵਿਆਜ ਦਰਾਂ ਤੇ ਕਰਜ਼ੇ ਦੀ ਸਹੂਲਤ ਨੂੰ ਜ਼ਰੂਰੀ ਅਤੇ ਸਰਲ ਤਰੀਕੇ ਰਾਹੀਂ ਲਾਗੂ ਕਰਨ ਦੀ ਜ਼ਰੂਰਤ ਹੈ। ਡੰਡੀ ਜਿਵੇਂ ਕਾਰੋਬਾਰੀਆਂ ਦੇ ਅਰਬਾਂ ਖਰਬਾਂ ਦੇ ਕਰਜ਼ੇ ਮੁਆਫ ਕੀਤੇ ਹਨ, ਉਸੇ ਬਿਨਾਂ ਤੇ ਹੁਣ ਤੱਕ ਦੇ ਸਮੂਹ ਕਿਰਤੀਆਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨੇ ਚਾਹੀਦੇ ਹਨ। ਡੰਡੀ ਖੇਤੀਬਾੜੀ ਨੂੰ ਟੈਕਸ ਰਹਿਤ ਰੱਖਿਆ ਜਾਣਾ ਚਾਹੀਦਾ ਹੈ। ਡੰਡੀ ਪੂੰਜੀਪਤੀਆਂ ਦੀ ਗਲਤ ਕਾਨੂੰਨਾਂ ਰਾਹੀਂ ਕਿਸਾਨਾਂ ਕਿਰਤੀਆਂ ਵਿੱਚ ਵਿਰੋਧਾਭਾਸ ਪੈਦਾ ਹੁੰਦਾ ਹੈ। ਡੰਡੀ ਕਿਸਾਨ ਅੰਦੋਲਨ ਲਈ ਜ਼ਰੂਰੀ ਹੈ ਕਿ ਸਰਕਾਰ ਦੇ ਧੋਖੇ ਤੋਂ ਬਚ ਕੇ ਅਮਨ ਅਮਾਨ ਨਾਲ ਕਾਨੂੰਨਾਂ ਦੀ ਵਾਪਸੀ ਦੀ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਆਪਸੀ ਸਹਿਮਤੀ ਨਾਲ ਜਿੱਤ ਵੱਲ ਵਧਣਾ ਚਾਹੀਦਾ ਹੈ। ਡੰਡੀ ਇਨਕਲਾਬੀ ਲਹਿਰਾਂ ਉੱਠਣ ਨਾਲ
ਦੇਸ਼ ਆਵਾਮ ਅਤੇ ਸੰਸਾਰ ਲਈ ਕਦੇ ਵੀ ਸਿਹਤਮੰਦ ਨਹੀਂ ਹੋ ਸਕਦਾ। ਡੰਡੀ ਅਸੀਂ ਉਹਨਾਂ ਦੇ ਪ੍ਰਤੀਨਿਧਤਾ ਕਰਦੇ ਹਾਂ ਜਿਨ੍ਹਾਂ ਪਾਸ ਨਾ ਧਨ ਹੈ ਨਾ ਧਰਤੀ ਡੰਡੀ, ਪਰੰਤੂ ਸਾਰਾ ਉਤਪਾਦਨ ਇਹੀ ਲੋਕ ਕਰਦੇ ਹਨ ਡੰਡੀ। ਇਹਨਾਂ ਜਾਤ ਪਾਤ ਛੂਆ-ਛਾਤ ਜਬਰ ਜ਼ੁਲਮ ਦੇ ਸਤਾਏ ਮਜ਼ਲੂਮ ਲੋਕਾਂ ਦਾ ਅਸੀਂ ਇੱਕ ਅਜਿਹਾ ਸੰਗਠਨ ਬਣਾਉਣਾ ਚਾਹੁੰਦੇ ਹਾਂ ਜੋ ਜਾਤੀ ਪ੍ਰਬੰਧ ਅਨੁਸਾਰ ਬਣੀ ਆਰਥਿਕ ਅਤੇ ਸਮਾਜਿਕ ਵਿਵਸਥਾ ਬਦਲ ਸਕੇ ਡੰਡੀ। ਬਹੁਜਨ ਸਮਾਜ ਪਾਰਟੀ ਨੂੰ ਵੰਡ ਕੇ ਰੱਖਿਆ ਗਿਆ ਹੈ ਡੰਡੀ। ਬਰਾਬਰੀ ਦਾ ਦਰਜਾ ਨਹੀਂ ਦਿੱਤਾ ਗਿਆ ਡੰਡੀ। ਅਪਮਾਨ ਕੀਤਾ ਗਿਆ ਹੈ ਡੰਡੀ। ਗੁਲਾਮ ਬਣਾਇਆ ਗਿਆ ਹੈ ਅਤੇ ਇੱਕ ਅਜਿਹੀ ਵਿਵਸਥਾ ਬਣਾ ਦਿੱਤੀ ਗਈ ਹੈ ਕਿ ਹਰ ਸਮੇਂ ਅੱਗੇ ਨੂੰ ਬਹੁਜਨ ਸਮਾਜ ਵਿੱਚ ਗੁਲਾਮ ਹੀ ਗੁਲਾਮ ਪੈਦਾ ਹੁੰਦੇ ਰਹਿਣ ਅਤੇ ਗੁਲਾਮੀ ਨੂੰ ਰੱਬ ਦੀ ਕਰਨੀ ਮੰਨ ਕੇ ਬਰਦਾਸ਼ਤ ਕਰਦੇ ਰਹਿਣ ਡੰਡੀ। ਇਸ ਵਿਵਸਥਾ ਨੂੰ ਪੂਰਨ ਤੌਰ 'ਤੇ ਹਮੇਸ਼ਾ ਲਈ ਖਤਮ ਕਰਨ ਵਾਸਤੇ ਹੀ ਅਸੀਂ ਆਪਣੇ ਲੋਕਾਂ ਨੂੰ ਸੰਗਠਿਤ ਕਰ ਰਹੇ ਹਾਂ ਡੰਡੀ। ਇਸੇ ਧਰਤੀ 'ਤੇ ਪੈਦਾ ਹੋਏ ਸਾਡੇ ਮਹਾਨ ਕ੍ਰਾਂਤੀਕਾਰੀ ਬਜ਼ੁਰਗਾਂ ਦਾ ਇਹੀ ਨਿਰਣਾ ਹੈ ਕਿ ਸਾਡੇ ਦੁੱਖ ਕੋਈ ਦੂਜਾ ਦੂਰ ਨਹੀਂ ਕਰ ਸਕਦਾ ਡੰਡੀ। ਆਪਣੇ ਦੁੱਖ ਦੂਰ ਕਰਨ ਲਈ ਸਾਨੂੰ ਆਪ ਹੀ ਕੋਸ਼ਿਸ਼ ਕਰਨੀ ਹੋਵੇਗੀ ਡੰਡੀ। ਹੰਭਲਾ ਮਾਰਨਾ ਹੋਵੇਗਾ ਡੰਡੀ। ਸਾਨੂੰ 6000 ਜਾਤਾਂ 'ਚ ਵੰਡੇ ਹੋਏ ਲੋਕਾਂ ਨੂੰ ਆਪਸ ਵਿੱਚ ਭਾਈਚਾਰਾ ਪੈਦਾ ਕਰਕੇ ਮਜ਼ਬੂਤ ਬਹੁਜਨ ਸਮਾਜ ਬਣਾਉਣਾ ਪਵੇਗਾ ਡੰਡੀ। ਜੇ ਅਸੀਂ ਲੁੱਟੇ ਕੁੱਟੇ ਜਬਰ ਜ਼ੁਲਮ ਦੇ ਸਤਾਏ ਹੋਏ ਲੋਕ ਇੱਕ ਮੁੱਠ ਹੋ ਜਾਈਏ ਤਾਂ ਦੁਸ਼ਮਣ ਸਾਡੇ 'ਤੇ ਜ਼ੁਲਮ ਕਰਨ ਦਾ ਹੌਸਲਾ ਨਹੀਂ ਕਰੇਗਾ ਡੰਡੀ। ਜੇ ਅਸੀਂ ਖੁਦ ਬੰਦੇ ਬਣ ਜਾਈਏ ਤਾਂ ਦੁਸ਼ਮਣ ਨੂੰ ਬੰਦੇ ਦੇ ਪੁੱਤ ਬਣਾਉਣਾ ਕੋਈ ਔਖਾ ਨਹੀਂ ਹੈ ਡੰਡੀ। ਸਾਡੀ ਲੜਾਈ ਤਾਂ ਉਸ ਮਨੁੱਖ ਦੋਖੀ ਸਿਸਟਮ ਦੇ ਖਿਲਾਫ ਹੈ ਜਿਸ ਨੇ ਹਜ਼ਾਰਾਂ ਸਾਲਾਂ ਤੋਂ ਜਾਤ ਪਾਤ ਦੇ ਹਜ਼ਾਰਾਂ ਟੁਕੜਿਆਂ ਵਿੱਚ ਵੰਡ ਕੇ ਸਾਨੂੰ ਜਲੀਲ ਕੀਤਾ ਹੈ ਡੰਡੀ। ਜਿਸ ਨੇ ਵਿੱਦਿਆ ਜਾਇਦਾਦ ਅਤੇ ਹਥਿਆਰਾਂ ਤੋਂ ਦੂਰ ਰੱਖ ਕੇ ਸਾਨੂੰ ਪਸ਼ੂਆਂ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਕਰੀ ਰੱਖਿਆ ਹੈ ਡੰਡੀ। ਪਸ਼ੂਆਂ ਵਾਲੀ ਜ਼ਿੰਦਗੀ ਦਾ ਤਿਆਗ ਕਰਕੇ ਹੁਣ ਅਸੀਂ ਇਨਸਾਨ ਬਣਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਾਂ ਡੰਡੀ। ਸਾਡੇ ਲਈ ਮਾਣ ਵਾਲੀ ਗੱਲ ਤਾਂ ਹੈ ਕਿ ਅਸੀਂ ਆਪਣੀ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਨ ਲਈ ਖੁਦ ਉੱਠ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਰਹੇ ਹਾਂ ਡੰਡੀ। ਸਿਰਫ ਬਿਆਨ ਦੇਣ ਜਾਂ ਬ੍ਰਹਮਵਾਦ ਨੂੰ ਗਾਲਾਂ ਦੇਣ ਨਾਲ ਸਾਡਾ ਮਸਲਾ ਹੱਲ ਨਹੀਂ ਹੋਵੇਗਾ ਡੰਡੀ। ਸਾਨੂੰ ਅਮਲੀ ਰੂਪ 'ਚ ਕੁਝ ਕਰਕੇ ਦਿਖਾਉਣਾ ਹੋਏਗਾ ਡੰਡੀ। ਜ਼ਿੰਦਗੀ ਵਿੱਚ ਅਸੀਂ ਪਿੱਛੇ ਰਹਿ ਗਏ ਹਾਂ, ਇਸ ਲਈ ਅਸੀਂ ਖੁਦ ਦੋਸ਼ੀ ਹਾਂ ਡੰਡੀ। ਸਮੇਂ-ਸਮੇਂ ਸਾਡੇ ਕ੍ਰਾਂਤੀਕਾਰੀ ਰਹਿਬਰਾਂ ਨੇ ਸਾਨੂੰ ਗੁਲਾਮੀ 'ਚੋਂ ਕੱਢਣ ਲਈ ਕੋਸ਼ਿਸ਼ਾਂ ਕੀਤੀਆਂ, ਪਰ ਜ਼ਿਆਦਾਤਰ ਸਾਡੇ ਬਜ਼ੁਰਗਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਡੰਡੀ। ਸਗੋਂ ਦੁਸ਼ਮਣ ਦੀ ਗੱਲ ਮੰਨ ਕੇ ਗੁਲਾਮੀ 'ਚ ਰਹਿ ਕੇ ਜਲੀਲ ਹੋ ਕੇ ਹੀ ਪ੍ਰਸੰਨ ਰਹੇ ਡੰਡੀ। ਸਾਡੇ ਲੋਕ ਆਪਣੇ ਰਹਿਬਰਾਂ ਕ੍ਰਾਂਤੀਕਾਰੀ ਬਜ਼ੁਰਗਾਂ ਨੂੰ ਜਿਉਂਦੇ ਜੀ ਸਾਥ ਦੇਣ ਦੀ ਬਜਾਏ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੀਆਂ ਤਸਵੀਰਾਂ ਨੂੰ
ਪੂਜਣ ਤਰਜੀਹ ਦਿੰਦੇ ਆ ਰਹੇ ਹਨ ਡੰਡੀ। ਸਾਡੇ ਲੋਕ ਨੂੰ ਸਭ ਕੁਝ ਗਵਾ ਕੇ ਗੋਡਿਆਂ 'ਚ ਸਿਰ ਦੇ ਕੇ ਪਛਤਾਉਣ ਦੀ ਆਦਤ ਬਣੀ ਹੋਈ ਹੈ ਡੰਡੀ। ਸਾਨੂੰ ਇਹ ਆਦਤਾਂ ਬਦਲਣੀਆਂ ਹੋਣਗੀਆਂ ਡੰਡੀ। ਕਿਸੇ ਦਾ ਹੱਕ ਮਾਰਨਾ, ਹੱਕ ਹਾਸਲ ਕਰਨਾ ਕੋਈ ਜੁਰਮ ਨਹੀਂ ਹੈ ਡੰਡੀ। ਅਸੀਂ ਜਾਤ ਪਾਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਡੰਡੀ। ਬੇਇੱਜ਼ਤੀ ਦੀ ਜ਼ਿੰਦਗੀ ਜਿਉਣ ਨਾਲੋਂ ਮਰ ਜਾਣਾ ਕਿਤੇ ਚੰਗੀ ਗੱਲ ਹੈ ਡੰਡੀ। ਸਾਡੇ ਬਜ਼ੁਰਗਾਂ ਨੇ ਬੇਇੱਜ਼ਤੀਆਂ ਤੇ ਜ਼ੁਲਮ ਸਹਿ ਕੇ ਜ਼ਾਲਮਾਂ ਦਾ ਹੌਸਲਾ ਬੁਲੰਦ ਕਰੀ ਰੱਖਿਆ, ਪਰ ਹੁਣ ਅਸੀਂ ਜ਼ੁਲਮ ਤੇ ਜ਼ਾਲਮ ਦੋਹਾਂ ਦਾ ਮੂੰਹ ਤੋੜ ਜਵਾਬ ਦੇ ਕੇ ਜ਼ਾਲਮਾਂ ਦੇ ਹੌਸਲੇ ਨੂੰ ਪਸਤ ਕਰਾਂਗੇ ਡੰਡੀ। ਇਸ ਦੇਸ਼ ਦੇ ਸਾਰੇ ਸਮਾਚਾਰ ਪੱਤਰ ਮਨੂਵਾਦੀ ਹਨ ਡੰਡੀ। ਇਹ ਕਦੇ ਵੀ ਸਾਡੇ ਹੱਕ ਵਿੱਚ ਨਹੀਂ ਲਿਖਣਗੇ ਅਤੇ ਸਾਡੇ ਵਿਰੁੱਧ ਜਾਣ ਵਾਲੀ ਛੋਟੀ ਤੋਂ ਛੋਟੀ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰਨਗੇ ਡੰਡੀ। ਇਹਨਾਂ ਪਾਸੋਂ ਭਲੇ ਦੀ ਉਮੀਦ ਕਰਨੀ ਮੂਰਖਤਾ ਹੀ ਕਹੀ ਜਾ ਸਕਦੀ ਹੈ ਡੰਡੀ। ਦੇਸ਼ ਦੀਆਂ ਲਗਭਗ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵਾਗਡੋਰ ਮਨੂਵਾਦੀ ਪਾਸ ਹੈ ਡੰਡੀ। ਇਹ ਪਾਰਟੀਆਂ ਗੱਲਾਂ ਸਾਨੂੰ ਉੱਪਰ ਉਠਾਉਣ ਦੀਆਂ ਕਰਦੀਆਂ ਹਨ, ਪਰ ਪ੍ਰੈਕਟੀਕਲੀ ਕਿਸੇ ਵੀ ਹਾਲਤ ਵਿੱਚ ਇਹ ਸਾਨੂੰ ਉੱਪਰ ਉੱਠਣ ਨਹੀਂ ਦੇਣਾ ਚਾਹੁੰਦੀਆਂ ਡੰਡੀ। ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮਨੂਵਾਦੀ ਜੋ ਕਹਿੰਦੇ ਹਨ ਉਹ ਕਰਦੇ ਨਹੀਂ, ਜੋ ਕਰਦੇ ਨੇ ਉਹ ਕਹਿੰਦੇ ਨਹੀਂ ਡੰਡੀ। ਸਾਨੂੰ ਇਹਨਾਂ ਦੇ ਭਰੋਸੇ 'ਤੇ ਨਹੀਂ ਰਹਿਣਾ ਚਾਹੀਦਾ ਡੰਡੀ। ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਾਨੂੰ ਆਪ ਆਪਣੀ ਸ਼ਕਤੀ ਬਣਾਉਣੀ ਹੋਵੇਗੀ ਡੰਡੀ। ਅਸੀਂ ਗਰੀਬ ਲੋਕ ਹਾਂ। ਗਰੀਬਾਂ ਦੀ ਇੱਕੋ ਇੱਕ ਸ਼ਕਤੀ ਸੰਗਠਨ ਹੋਇਆ ਕਰਦੀ ਹੈ ਡੰਡੀ। ਸਾਨੂੰ ਇੱਕ ਮਜ਼ਬੂਤ ਅਤੇ ਅਨੁਸ਼ਾਸਿਤ ਸੰਗਠਨ ਦੀ ਜ਼ਰੂਰਤ ਹੈ ਡੰਡੀ। ਸੰਗਠਨ ਸਮਾਜ ਕਮਜ਼ੋਰ ਸਮਾਜ ਨਹੀਂ ਹੁੰਦਾ ਡੰਡੀ। 60 ਕਰੋੜ ਵੋਟਾਂ 'ਚੋਂ ਸਾਡੀਆਂ 40 ਕਰੋੜ ਵੋਟਾਂ ਹੋਣ ਦੇ ਬਾਵਜੂਦ ਅਸੀਂ ਗੁਲਾਮ ਹਾਂ ਡੰਡੀ। ਅਸੀਂ ਗੁਲਾਮ ਇਸ ਕਰਕੇ ਹਾਂ ਕਿਉਂਕਿ ਅਸੀਂ ਸੰਗਠਿਤ ਨਹੀਂ ਹਾਂ। ਅਸੀਂ ਆਪਣੇ ਵੋਟ ਦਾ ਸਹੀ ਇਸਤੇਮਾਲ ਨਹੀਂ ਕਰਦੇ ਡੰਡੀ। ਜੇਕਰ ਅਸੀਂ ਆਪਣਾ ਮਜ਼ਬੂਤ ਸੰਗਠਨ ਬਣਾ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਸਿੱਖ ਜਾਈਏ ਤਾਂ ਅਸੀਂ ਦੇਸ਼ ਦੇ ਰਾਜ ਭਾਗ 'ਤੇ ਕਾਬਜ਼ ਹੋ ਸਕਦੇ ਹਾਂ ਡੰਡੀ। ਰਾਜ ਭਾਗ 'ਤੇ ਕਬਜ਼ਾ ਕੀਤੇ ਬਗੈਰ ਸਾਡੀ ਵਿਗੜੀ ਤਕਦੀਰ ਨਹੀਂ ਬਦਲ ਸਕਦੀ ਡੰਡੀ। ਰਾਜ ਭਾਗ ਕਦੇ ਮੰਗਿਆ ਨਹੀਂ ਮਿਲਦਾ, ਇਹ ਖੋਣਾ ਪਵੇਗਾ ਡੰਡੀ। ਰਾਜ ਭਾਗ ਪ੍ਰਾਪਤ ਕਰਨ ਲਈ ਸਾਨੂੰ ਸੰਘਰਸ਼ ਤੋਂ ਬਿਨਾਂ ਰਾਜ ਮਿਲਣਾ ਨਾ ਮੁਮਕਿਨ ਹੈ ਡੰਡੀ। ਦੁਸ਼ਮਣ ਤੁਹਾਨੂੰ ਰਾਜ ਭਾਗ ਤੋਂ ਦੂਰ ਰੱਖਣ ਲਈ ਹਰ ਹੀਲਾ ਹਰਬਾ ਵਰਤੇਗਾ। ਤੁਹਾਡੇ ਸਿਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਮੜਨਗੇ। ਬੇਸਿਰ ਬੇਪੈਰ ਅਫਵਾਹਾਂ ਫੈਲਾ ਕੇ ਤੁਹਾਨੂੰ ਗੁੰਮਰਾਹ ਕਰਨਗੇ ਡੰਡੀ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਅੱਗੇ ਵਧਣਾ ਹੋਏਗਾ ਡੰਡੀ। ਮਨੂਵਾਦ ਨੂੰ ਪੈਰਾਂ ਥੱਲੇ ਕੁਚਲ ਕੇ ਅੱਗੇ ਵਧਣਾ ਹੋਵੇਗਾ ਡੰਡੀ। ਸਾਨੂੰ ਆਪਣਾ ਰਾਜ ਭਾਗ ਪ੍ਰਾਪਤ ਕਰਨ ਲਈ ਜਿੰਨੀ ਕੁਰਬਾਨੀ ਦੀ ਜ਼ਰੂਰਤ ਪਵੇ ਉਸ ਤੋਂ ਜ਼ਿਆਦਾ ਕੁਰਬਾਨੀ ਕਰਨ ਲਈ ਤਿਆਰ ਹੋਣਾ ਪਵੇਗਾ ਡੰਡੀ। ਜੇ ਅਸੀਂ ਇਹ ਸੋਚ ਕੇ ਚੱਲੀਏ ਕਿ ਇਸ ਦੇਸ਼ 'ਚ ਪਰਿਵਰਤਨ ਸਿਰਫ ਬੈਲਟ ਨਾਲ ਆ ਜਾਏਗਾ ਤਾਂ ਅਸੀਂ ਆਪਣੇ ਆਪ ਨੂੰ ਧੋਖੇ ਵਿੱਚ ਰੱਖ ਰਹੇ ਹੋਵਾਂਗੇ ਡੰਡੀ। ਰਾਜ ਭਾਗ ਤਾਂ ਅਸੀਂ ਬੈਲਟ ਨਾਲ ਵਾਪਸ ਲੈਣਾ
ਲੈਣਾ ਹੈ, ਪਰ ਤਿਆਰੀ ਬੁਲਟ ਦੀ ਵੀ ਰੱਖਣੀ ਹੋਵੇਗੀ ਡੰਡੀ। ਪਰ ਬੁਲਟ ਦੀ ਵਰਤੋਂ 'ਚ ਅਸੀਂ ਪਹਿਲਾਂ ਨਹੀਂ ਕਰਾਂਗੇ ਡੰਡੀ। ਰਾਜ ਭਾਗ ਦੇ ਕਬਾਦ ਹੋ ਕੇ ਅਸੀਂ ਇਸ ਦੇਸ਼ ਦੇ ਮਨੁੱਖ ਦੋਸ਼ੀ ਮਨੂਵਾਦੀ ਸਿਸਟਮ ਨੂੰ ਬਦਲਣਾ ਹੈ ਡੰਡੀ। ਇਸ ਦੇਸ਼ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਜੋ ਦਿਨ ਰਾਤ ਕੰਮ ਕਰਦਾ ਹੈ ਉਹ ਭੁੱਖਾ ਮਰਦਾ ਹੈ, ਅਤੇ ਜੋ ਡੱਕਾ ਦੂਰਾ ਨਹੀਂ ਕਰਦਾ ਉਹ ਰੱਜ ਕੇ ਖਾਂਦਾ ਹੈ ਅਤੇ ਐਸ਼ ਆਰਾਮ ਦੀ ਜ਼ਿੰਦਗੀ ਜਿਉਂਦਾ ਹੈ ਡੰਡੀ। ਅਸੀਂ ਇਸ ਧਾਰਨਾ ਨੂੰ ਖਤਮ ਕਰਨਾ ਹੈ ਡੰਡੀ। ਅਸੀਂ ਹਰ ਪਰਿਵਾਰ ਨੂੰ ਕਮਾਈ ਦੇ ਸਾਧਨ ਦੇਣਾ ਚਾਹੁੰਦੇ ਹਾਂ, ਕਿਉਂਕਿ ਇਸ ਦੇਸ਼ ਵਿੱਚ ਨੌਕਰੀ, ਜ਼ਮੀਨ ਅਤੇ ਆਦਮੀਆਂ ਦੀ ਕੋਈ ਕਮੀ ਨਹੀਂ ਹੈ ਡੰਡੀ। ਜੋ ਦੂਸਰਿਆਂ ਦੇ ਖੇਤਾਂ ਵਿੱਚ ਕੰਮ ਕਰਦੇ ਹਨ, ਅਸੀਂ ਇਹਨਾਂ ਨੂੰ ਜ਼ਮੀਨ ਦੇਣਾ ਚਾਹੁੰਦੇ ਹਾਂ। ਇਹ ਜ਼ਮੀਨ ਅਸੀਂ ਕਿਸੇ ਤੋਂ ਖੋਹ ਕੇ ਨਹੀਂ ਦੇਣੀ ਡੰਡੀ। ਜਿੰਨੀ ਜ਼ਮੀਨ 'ਤੇ ਹੱਲ ਚੱਲਦਾ ਹੈ, ਇਸ ਤੋਂ ਦੁੱਗਣੀ ਜ਼ਮੀਨ ਵਿਹਲੀ ਪਈ ਹੈ ਡੰਡੀ। ਇਹ ਜ਼ਮੀਨ ਅਸੀਂ ਬੇਜ਼ਮੀਨੇ ਲੋਕਾਂ ਨੂੰ ਦੇ ਕੇ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਵਾਂਗੇ ਡੰਡੀ। ਅਸੀਂ ਹਰ ਵਿਅਕਤੀ ਨੂੰ ਕੰਮ ਦੇਣਾ ਚਾਹੁੰਦੇ ਹਾਂ ਡੰਡੀ। ਹੁਣ ਤੱਕ ਬਣੀਆਂ ਸਰਕਾਰਾਂ ਨੇ ਦੇਸ਼ ਦੇ ਸਾਧਨਾਂ ਨੂੰ ਵਰਤਣ ਦੀ ਬਜਾਏ ਵਿਅਕਤੀਆਂ ਨੂੰ ਵਰਤਿਆ ਹੈ ਡੰਡੀ। ਪਰ ਅਸੀਂ ਸਾਧਨਾਂ ਨੂੰ ਵਰਤਾਂਗੇ ਡੰਡੀ। ਜੇਕਰ ਅਸੀਂ ਮੌਜੂਦ ਕੁਦਰਤੀ ਸਾਧਨਾਂ ਦਾ ਸਹੀ ਢੰਗ ਨਾਲ ਇਸਤੇਮਾਲ ਕਰਾਂਗੇ ਤਾਂ ਇਸ ਕੰਮ 'ਚ 2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕੰਮ ਮਿਲ ਜਾਵੇਗਾ ਡੰਡੀ। ਪਰ ਹੁਣ ਤੱਕ ਦੀਆਂ ਸਰਕਾਰਾਂ ਨੇ ਜਾਣ ਬੁੱਝ ਕੇ ਇਹਨਾਂ ਕੁਦਰਤੀ ਸਾਧਨਾਂ ਦਾ ਸਹੀ ਉਪਯੋਗ ਨਹੀਂ ਕੀਤਾ ਡੰਡੀ, ਕਿਉਂਕਿ ਸਮਾਜ ਦਾ ਸ਼ੋਸ਼ਣ ਕਰਨ ਵਾਲੇ ਇਹ ਲੋਕ ਦੇਸ਼ ਦੇ ਗਰੀਬਾਂ ਨੂੰ ਬੇਰੁਜ਼ਗਾਰ ਤੇ ਲਾਚਾਰ ਰੱਖਣਾ ਚਾਹੁੰਦੇ ਹਨ, ਤਾਂ ਕਿ ਇਹਨਾਂ ਲੋਕਾਂ ਦੀਆਂ ਕਮਜ਼ੋਰੀ ਦਾ ਲਾਭ ਉਠਾ ਕੇ ਉਹ ਲੋਕ ਰਾਜ ਸਭਾ 'ਤੇ ਕਬਜ਼ਾ ਬਣੇ ਰਹਿਣ ਡੰਡੀ। ਪਰ ਹੁਣ ਅਸੀਂ ਇਸ ਸਿਸਟਮ ਨੂੰ ਬਦਲਣਾ ਹੈ ਡੰਡੀ। ਅਮੀਰਾਂ ਦੇ ਨੋਟਾਂ ਨਾਲ, ਗਰੀਬਾਂ ਦੇ ਵੋਟਾਂ ਨਾਲ ਖੇਤੀ ਜਾਣ ਵਾਲੀ ਖੇਡ ਬੰਦ ਕਰਨੀ ਹੈ ਡੰਡੀ। ਅਸੀਂ ਸਹੀ ਲੋਕਤੰਤਰ ਲਿਆਉਣਾ ਹੈ ਡੰਡੀ। ਬਹੁਜਨ ਸਮਾਜ ਦੇ ਲੋਕ 4000 ਸਾਲ ਤੋਂ ਮਨੂਵਾਦ ਦੀ ਬੇਇਨਸਾਫੀ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ ਡੰਡੀ। ਜਦੋਂ ਬਹੁਜਨ ਸਮਾਜ ਦੀ ਹਕੂਮਤ ਹੋਵੇਗੀ ਤਾਂ ਸਾਨੂੰ ਇਨਸਾਫ ਆਪਣੇ ਆਪ ਮਿਲ ਜਾਵੇਗਾ ਡੰਡੀ। ਪਰ ਸਾਨੂੰ ਦਿਮਾਗ ਵਿੱਚ ਇਹ ਯਾਦ ਰੱਖਣਾ ਹੋਵੇਗਾ ਕਿ ਦੂਜਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਡੰਡੀ। ਜਿਵੇਂ ਅੱਜ ਲੇਲੜੀਆਂ ਕੱਢ ਕੇ ਇਨਸਾਫ ਮੰਗ ਰਹੇ ਹਾਂ, ਸਾਡੇ ਰਾਜ ਅੰਦਰ ਕਿਸੇ ਨੂੰ ਇਨਸਾਫ ਲਈ ਭੀਖ ਨਹੀਂ ਮੰਗਣੀ ਪਵੇਗੀ ਡੰਡੀ। ਅਸੀਂ ਸਹੀ ਮਾਇਨਿਆਂ ਵਿੱਚ ਇਸ ਦੇਸ਼ 'ਚ ਲੋਕਤੰਤਰ ਪੈਦਾ ਕਰਨਾ ਹੈ ਡੰਡੀ। ਅਸੀਂ ਆਪਣੇ ਗੁਰੂਆਂ, ਰਹਿਬਰਾਂ ਤੇ ਬੇਗਮਪੁਰੇ ਅਤੇ ਹਲੀਆ ਰਾਜ ਦੇ ਸੰਕਲਪ ਨੂੰ ਪੂਰੀਆਂ ਕਰਨਾ ਹੈ ਡੰਡੀ। ਸਾਡੇ ਵੱਲੋਂ ਸ਼ੁਰੂ ਕੀਤੇ ਗਏ ਆਰਥਿਕ ਮੁਕਤੀ ਅਤੇ ਸਮਾਜਿਕ ਪਰਿਵਰਤਨ ਅੰਦੋਲਨ ਦਾ ਇਹੀ ਨਿਸ਼ਾਨਾ ਅਤੇ ਮਨੋਰਥ ਹੈ ਡੰਡੀ। ਅੱਜ ਦਲਿਤ ਕ੍ਰਾਂਤੀ ਦੇ ਮਸੀਹਾ ਬਾਬੂ ਕਾਂਸ਼ੀ ਰਾਮ ਦਾ ਜਨਮ ਦਿਹਾੜਾ ਹੈ ਡੰਡੀ। ਪੰਜਾਬ ਦੀ ਪਵਿੱਤਰ ਮਿੱਟੀ 'ਚ ਜਨਮੇ ਬਾਬੂ ਕਾਂਸ਼ੀ ਰਾਮ ਨੇ ਦੱਬੇ ਕੁਚਲੇ ਦਲਿਤ ਸਮਾਜ ਨੂੰ ਬਰਾਬਰੀ ਦਿਵਾਉਣ ਲਈ ਮਨੂਵਾਦੀ ਤਾਕਤਾਂ ਨਾਲ ਲੋਹਾ ਲਿਆ।
ਉਹ ਆਪਣੇ ਆਪ 'ਚ ਇੱਕ ਇਤਿਹਾਸ ਹੈ। ਡੰਡੀ ਮਨੋਵਾਦੀ ਤਾਕਤਾਂ ਦੇ ਗਲਬੇ ਨੂੰ ਤੋੜਨ ਲਈ ਜਿਹੜਾ ਹੋਕਾ ਗੁਰੂ ਸਾਹਿਬਾਨ ਨੇ ਸਭੇ ਸਾਂਝੀਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜਿਉ ਦਾ ਨਾਰਾ ਦਿੱਤਾ। ਡੰਡੀ ਅੰਮ੍ਰਿਤ ਦੇ ਦਾਤੇ ਨੇ ਦੱਬੇ ਕੁਚਲੇ ਲੋਕਾਂ ਨੂੰ ਪਾਤਸ਼ਾਹੀ ਬਖਸ਼ ਕੇ ਸਰਦਾਰੀਆਂ ਦਿੱਤੀਆਂ। ਉਸ ਮਾਰਗ ਨੂੰ ਪਕੇਰਾ ਕਰਨ ਲਈ ਬਾਬੂ ਕਾਸ਼ੀ ਰਾਮ ਨੇ ਸਾਰੀ ਜ਼ਿੰਦਗੀ ਘਾਲਣਾ ਘਾਲੀ ਅਤੇ ਦੇਸ਼ ਦੇ ਸਭ ਤੋਂ ਵੱਡੇ ਸੂਬੇ ਦੇ ਸੱਤਾ ਤੇ ਮਾਲਕ ਬਣਨ ਤੱਕ ਦਾ ਸਫ਼ਰ ਤੈਅ ਕਰਵਾਇਆ। ਡੰਡੀ ਭਾਵੇਂ ਅੱਜ ਵੀ ਇਸ ਦੇਸ਼ 'ਚ ਮਨੋਵਾਦੀ ਤਾਕਤਾਂ ਅਤੇ ਉਹਨਾਂ ਦੀ ਸੋਚ ਪੂਰੀ ਤਰ੍ਹਾਂ ਭਾਰੂ ਹੈ। ਅੱਜ ਵੀ ਦਲਿਤ ਵਿਤਕਰੇ ਤੇ ਸ਼ੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ, ਪਰੰਤੂ ਜਿਹੜੀ ਚਿੰਨ੍ਹ ਬਾਬੂ ਕਾਂਸ਼ੀ ਰਾਮ ਨੇ ਦੱਬੇ ਕੁਚਲੇ ਸਮਾਜ 'ਚ ਜਗਾਈ ਸੀ, ਉਸ ਦਾ ਸੇਕ ਤੇ ਚਾਨਣ ਜ਼ਰੂਰ ਮਹਿਸੂਸ ਹੁੰਦਾ ਹੈ। ਡੰਡੀ ਅੱਜ ਜਦੋਂ ਉਹਨਾਂ ਦਾ ਜਨਮ ਦਿਹਾੜਾ ਹੈ ਤਾਂ ਉਹਨਾਂ ਦੇ ਪੈਰੋਕਾਰਾਂ ਲਈ ਵੀ ਆਤਮ ਵਿਸ਼ਲੇਸ਼ਣ ਦਾ ਦਿਨ ਹੈ ਕਿ ਜਿਸ ਮੁਕਾਮ ਦੀ ਪ੍ਰਾਪਤੀ ਲਈ ਉਹਨਾਂ ਦਲਿਤ ਕ੍ਰਾਂਤੀ ਦੀ ਲਹਿਰ ਆਰੰਭੀ ਸੀ, ਆਪਣਾ ਸਮੁੱਚਾ ਜੀਵਨ ਲਾਇਆ ਸੀ, ਅੱਜ ਉਸ ਕ੍ਰਾਂਤੀ ਦਾ ਸੇਕ ਠੰਡਾ ਕਿਉਂ ਪੈ ਗਿਆ ਹੈ? ਪ੍ਰਸ਼ਨ ਚਿੰਨ੍ਹ ਜਿਸ ਮਨੋਵਾਦੀ ਮੱਕੜ ਤੇ ਜ਼ਹਿਰੀ ਜਾਲ 'ਚੋਂ ਕੱਢਣ ਲਈ ਉਹਨਾਂ ਇੰਨਾ ਲੰਬਾ ਸੰਘਰਸ਼ ਕੀਤਾ। ਅੱਜ ਦਲਿਤ ਸਮਾਜ ਫਿਰ ਉਸ ਅਡੰਬਰ ਤੇ ਪਖੰਡ ਦਾ ਸ਼ਿਕਾਰ ਹੋ ਰਿਹਾ ਹੈ ਜਿਸ ਪਖੰਡ ਤੇ ਅਡੰਬਰ ਵਿਰੁੱਧ ਸਾਰੇ ਰਹਿਬਰਾਂ ਨੇ ਆਵਾਜ਼ ਬੁਲੰਦ ਕੀਤੀ ਸੀ ਅਤੇ ਬਾਬਾ ਸਾਹਿਬ ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਨੇ ਟੱਕਰ ਲਈ ਸੀ। ਡੰਡੀ ਭਰਾ ਧਾਰਮਿਕ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਆਜ਼ਾਦੀ ਦੀ ਲਹਿਰ ਆਰੰਭੀ ਸੀ। ਡੰਡੀ ਅੱਜ ਉਸ ਲਹਿਰ ਦਾ ਲਾਹਾ ਦਲਿਤ ਸਮਾਜ ਦੇ ਸਿਰਫ ਇੱਕ ਹਿੱਸੇ ਤੱਕ ਹੀ ਸੀਮਿਤ ਹੋ ਗਿਆ ਹੈ ਅਤੇ ਬਹੁ ਗਿਣਤੀ ਗਰੀਬ ਦਲਿਤ ਅੱਜ ਵੀ ਹਰ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੈ। ਡੰਡੀ ਉਸਦੇ ਮਨੁੱਖੀ ਅਧਿਕਾਰ ਕੁਚਲੇ ਜਾਂਦੇ ਹਨ ਅਤੇ ਉਹ ਰੀਂਗ ਕੇ ਜਿਉਣ ਲਈ ਮਜਬੂਰ ਹੈ ਅਤੇ ਉਹਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਡੰਡੀ ਅੱਜ ਦਲਿਤ ਸਮਾਜ 'ਚ ਵੀ ਊਚ ਨੀਚ ਦਾ ਪਾੜਾ ਸਾਫ਼ ਦਿਖਾਈ ਦੇਣ ਲੱਗ ਪਿਆ ਹੈ। ਡੰਡੀ ਦਲਿਤ ਸਮਾਜ ਦਾ ਮੁੱਲ ਵੱਟ ਕੇ ਧਨ ਕੁਬੇਰ ਬਣ ਚੁੱਕੇ ਦਲਿਤਾਂ ਨੂੰ ਹੁਣ ਗਰੀਬ ਦਲਿਤ ਤੋਂ ਮੁਸ਼ਕ ਆਉਣ ਲੱਗ ਪਿਆ ਹੈ। ਡੰਡੀ ਜੇ ਅੱਜ ਪੰਜਾਬ 'ਚ ਬਾਬੂ ਕਾਂਸ਼ੀ ਰਾਮ ਦੀ ਦਲਿਤ ਕ੍ਰਾਂਤੀ ਦਾ ਸੇਕ ਮੱਠਾ ਪਿਆ ਹੈ ਤਾਂ ਉਸ ਲਈ ਵੀ ਉਹ ਲੋਕ ਹੀ ਜ਼ਿੰਮੇਵਾਰ ਹਨ ਜਿਹੜੇ ਆਪਣੀ ਖੁਦਗਰਜ਼ੀ ਲਈ ਕ੍ਰਾਂਤੀ ਨੂੰ ਪੁੱਠਾ ਗੇੜ ਦੇਣ ਲੱਗ ਪਏ ਹਨ। ਡੰਡੀ ਅਸੀਂ ਚਾਹੁੰਦੇ ਹਾਂ ਕਿ ਜਿਸ ਸਾਂਝੀਵਾਲਤਾ ਦਾ ਨਾਰਾ ਸਿੱਖੀ ਲਾਉਂਦੀ ਹੈ ਉਸ ਸਾਂਝੀਵਾਲਤਾ ਦੀ ਜੜ੍ਹ ਨੂੰ ਪਕੇਰਾ ਕਰਨ ਲਈ ਸਮਾਜ 'ਚੋਂ ਹੀ ਨਹੀਂ ਸਗੋਂ ਮਨੁੱਖੀ ਸੋਚ 'ਚੋਂ ਜਾਤ ਪਾਤ ਤੇ ਊਚ ਨੀਚ ਦੇ ਵਿਤਕਰੇ ਨੂੰ ਖਤਮ ਕਰਨ ਲਈ ਸਿੱਖ ਪੰਥ ਤੇ ਦਲਿਤ ਭਾਈਚਾਰਾ ਇਕੱਠਾ ਹੋ ਕੇ ਹੰਬਲਾ ਮਾਰੇ ਤਾਂ ਕਿ ਉਹ ਤਾਕਤਾਂ ਜਿਹੜੀਆਂ ਸਮਾਜ 'ਚ ਵੰਡੀਆਂ ਪਾ ਕੇ ਪਖੰਡ ਤੇ ਅਡੰਬਰ ਦੇ ਸਹਾਰੇ ਆਪਣਾ ਗਲਬਾ ਜਮਾਈ ਰੱਖਣਾ ਚਾਹੁੰਦੀਆਂ ਹਨ
ਉਹਨਾਂ ਤਾਕਤਾਂ ਨੂੰ ਪਛਾੜਿਆ ਜਾ ਸਕੇ। ਡੰਡੀ ਦਸ਼ਮੇਸ਼ ਪਿਤਾ ਨੇ ਚਿੜੀਆਂ ਨੂੰ ਬਾਜਾਂ ਨੂੰ ਲਲਕਾਰਨ ਦੀ ਸ਼ਕਤੀ ਪ੍ਰਦਾਨ ਕੀਤੀ ਸੀ, ਤਾਂ ਅੱਜ ਚਿੜੀਆਂ ਫਿਰ ਬਾਜ ਦਾ ਸ਼ਿਕਾਰ ਕਿਉਂ ਬਣਨ ਲੱਗ ਪਈਆਂ ਹਨ? ਪ੍ਰਸ਼ਨ ਚਿੰਨ੍ਹ। ਬਾਬੂ ਕਾਂਚੀ ਰਾਮ ਦਾ ਜੀਵਨ ਸੰਘਰਸ਼ ਉਹ ਇਤਿਹਾਸ ਹੈ ਜਿਹੜਾ ਮਾਰਗ ਦਸੇਰਾ ਹੈ। ਡੰਡੀ ਲੋੜ ਉਸ 'ਚੋਂ ਦ੍ਰਿੜਤਾ, ਲਗਨ, ਅਡੋਲਤਾ, ਤਿਆਗ ਤੇ ਸਮਰਪਿਤ ਭਾਵਨਾ ਤੋਂ ਸਬਕ ਲੈਣ ਦੀ ਹੈ। ਡੰਡੀ ਉਹ ਆਪਣੇ ਸਮਾਜ ਨੂੰ ਸਮਰਪਿਤ ਸਨ, ਪਰੰਤੂ ਅੱਜ ਦੇ ਆਗੂ ਆਪਣੇ ਆਪ ਜਾਂ ਆਪਣੇ ਪਰਿਵਾਰ ਨੂੰ ਸਮਰਪਿਤ ਹਨ। ਇਸ ਲਈ ਉਹਨਾਂ 'ਚ ਲੋਭ, ਲਾਲਸਾ, ਸਵਾਰਥ ਤੇ ਪਦਾਰਥ ਦੀ ਭੁੱਖ ਪੈਦਾ ਹੋ ਜਾਂਦੀ ਹੈ ਅਤੇ ਆਪਣੇ ਗਰੀਬ ਭਰਾਵਾਂ ਦੀ ਬਾਂਹ ਫੜਨ ਦੀ ਥਾਂ ਧਨ ਕੁਬੇਰ ਬਣਨ ਦੇ ਰਾਹ ਪੈ ਕੇ ਵਿਕਾਊ ਮਾਲ ਬਣ ਜਾਂਦੇ ਹਨ। ਡੰਡੀ ਅਸੀਂ ਪਹਿਲਾਂ ਵੀ ਲਿਖਿਆ ਸੀ ਅਤੇ ਦਲਿਤ ਵਰਗ ਵੱਲੋਂ ਅਜਿਹਾ ਮਸੀਹਾ ਮੰਨੇ ਜਾਂਦੇ ਬਾਬੂ ਕਾਂਚੀ ਰਾਮ ਜੀ ਦੇ ਜਨਮ ਦਿਹਾੜੇ 'ਤੇ ਵੀ ਦੁਹਰਾਉਂਦੇ ਹਾਂ ਕਿ ਦਲਿਤ ਵਰਗ ਦੇ ਉਸ ਸਮੂਹ ਨੂੰ ਜਿਹੜਾ ਆਪਣੇ ਸਮਾਜ ਦੇ ਗਰੀਬ ਤਬਕੇ ਲਈ ਦਰਦ ਰੱਖਦਾ ਹੈ, ਉਹਨਾਂ ਨੂੰ ਬਰਾਬਰੀ ਦਾ ਦਰਜਾ ਦਿਵਾਉਣਾ ਚਾਹੀਦਾ ਹੈ। ਉਹਨਾਂ ਨੂੰ ਮੁੜ ਤੋਂ ਬਾਬਾ ਸਾਹਿਬ ਅੰਬੇਡਕਰ ਅਤੇ ਬਾਬੂ ਕਾਂਚੀ ਰਾਮ ਦੀ ਕ੍ਰਾਂਤੀ ਦੀ ਲੋਹ ਨੂੰ ਤੇਜ਼ ਕਰਨਾ ਹੋਵੇਗਾ ਅਤੇ ਇਸ ਵਰਗ ਦੀ ਬਾਂਹ ਫੜ ਕੇ ਉਹਨਾਂ ਦੇ ਹੱਕਾਂ 'ਤੇ ਵੱਜ ਰਹੇ ਡਾਕੇ ਨੂੰ ਰੋਕਣਾ ਹੋਵੇਗਾ। ਡੰਡੀ ਅੱਜ ਆਖਰ ਬਾਬੂ ਕਾਂਚੀ ਰਾਮ ਦੀ ਪਾਰਟੀ ਨੂੰ ਹਰਾਉਣ ਜਿਤਾਉਣ ਵਾਲੀ ਪਾਸਕੂ ਹੀ ਕਿਉਂ ਪ੍ਰਵਾਨ ਕਰ ਲਿਆ ਗਿਆ ਹੈ? ਇਸ ਕੌੜੇ ਸੱਚ ਨੂੰ ਪ੍ਰਵਾਨ ਕਰਦਿਆਂ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਵੀ ਕਰਨਾ ਹੋਵੇਗਾ। ਡੰਡੀ ਮਨੁੱਖ ਨੂੰ ਹਰ ਗੁਲਾਮੀ ਤੋਂ ਆਜ਼ਾਦ ਕਰਵਾਉਣਾ, ਉਸ ਨੂੰ ਆਪਣੀ ਕਿਸਮਤ ਦਾ ਘਾੜਾ ਅਤੇ ਆਪਣਾ ਰਾਹ ਖੁਦ ਬਣਾਉਣ ਦੇ ਸਮਰੱਥ ਬਣਾਉਣ ਲਈ ਜਿਸ ਕ੍ਰਾਂਤੀ ਦੀ ਪ੍ਰਪੱਕਤਾ ਬਾਬੂ ਕਾਂਚੀ ਰਾਮ ਜੀ ਕਰਨ ਵੱਲ ਤੁਰੇ ਸਨ, ਉਸ ਰਾਹ ਨੂੰ ਭੁੱਲਣ ਦਾ ਅਹਿਸਾਸ ਜੇ ਅੱਜ ਦੇ ਦਿਨ ਕਰ ਲਿਆ ਜਾਵੇ ਤਾਂ ਸਾਨੂੰ ਉਹਨਾਂ ਦੇ ਸੁਪਨੇ ਦੇ ਅਧੂਰੇ ਰਹਿ ਜਾਣ ਦਾ ਦੁੱਖ ਵੀ ਜ਼ਰੂਰ ਹੋਵੇਗਾ ਅਤੇ ਫਿਰ ਹੀ ਅਸੀਂ ਉਸ ਦੀ ਪੂਰਤੀ ਵੱਲ ਤੁਰਨ ਦੀ ਸੋਚਾਂਗੇ। ਡੰਡੀ।